ਤੇ ਇੰਡੀਆ ਵਾਲੇ ਵੀ ਜਿੰਨਾ ਚਿਰ ਜੁੜੇ ਰਹਿ ਸਕਦੇ ਆ ਜਰੂਰ ਜੁੜੇ ਰਹਿਣ, ਕਵੀ ਦਰਬਾਰ ਦਾ ਆਨੰਦ ਮਾਣਨ ਜੀ। ਸਾਰਿਆਂ ਨੂੰ ਬੇਨਤੀ ਆ। ਤੇ ਅੱਗੋਂ ਆਪਾਂ ਟੋਰਾਂਟੋ ਤੋਂ ਪਹਿਲਾਂ ਉਜਾਗਰ ਸਿੰਘ ਕਮਲ ਜੀ ਇਹ ਸਾਡੇ ਨਾਲ ਜੁੜੇ ਆ, ਜੀ ਆਇਆਂ ਨੂੰ ਵੀਰ ਜੀ। ਤੇ ਉਜਾਗਰ ਸਿੰਘ ਕਮਲ ਜੀ ਬਾਰੇ ਬਰੀਫ ਜਾਣਕਾਰੀ ਮੈਂ ਤੁਹਾਨੂੰ ਦੇ ਦਿੰਨੀ ਆ ਕਿ ਇਹਨਾਂ ਨੇ GNE ਲੁਧਿਆਣਾ ਤੋਂ ਸਿਵਲ ਇੰਜੀਨੀਅਰਿੰਗ ਕਰਕੇ ਫਿਰ ਮਿਲਟਰੀ 'ਚ ਸਰਵਿਸ ਕੀਤੀ ਇੰਜੀਨੀਅਰਿੰਗ ਦੀ, ਫਿਰ PWD 'ਚ ਉੱਥੋਂ ਰਿਟਾਇਰ ਹੋ ਕੇ ਤੇ ਫਿਰ ਇਹਨਾਂ ਨੇ ਲੁਧਿਆਣੇ ਆਪਣੀ ਰਿਹਾਇਸ਼ ਰੱਖੀ। ਤੇ ਕਾਲਜ ਦੇ ਵਿੱਚ ਪੜ੍ਹਦਿਆਂ ਹੀ ਇਹਨਾਂ ਨੂੰ ਪੋਇਟਰੀ ਕਰਨ ਦਾ ਸ਼ੌਕ ਸੀ ਤੇ ਹੁਣ ਇਹ ਟੋਰਾਂਟੋ ਆਪਣੇ ਪਰਿਵਾਰ ਦੇ ਨਾਲ ਰਹਿ ਰਹੇ ਆ ਪੱਕੇ ਤੌਰ ਤੇ। 5 ਕਾਵ ਸੰਗ੍ਰਹਿ ਇਹਨਾਂ ਦੇ ਛਪ ਚੁੱਕੇ ਆ। ਇੱਕ ਨਾਵਲ ਇਹਨਾਂ ਨੇ ਲਿਖਿਆ ਸੂਰਜਾਂ ਦੇ ਹਾਣੀ, ਤੇ ਇਹਨਾਂ ਦਾ ਨਾਵਲ ਜਿਹੜਾ ਇਹਨਾਂ ਨੂੰ ਇਸ ਗੱਲ ਦਾ ਮਾਣ ਪ੍ਰਾਪਤ ਆ ਕਿ ਜਿਹੜਾ ਗੁਰੂ ਨਾਨਕ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਿਲੇਬਸ ਵਿੱਚ ਲੱਗਾ ਹੋਇਆ ਤੇ ਜੋ ਗੁਰਬਾਣੀ ਆਧਾਰਿਤ ਹੈ ਇਹ ਨਾਵਲ। ਤੇ ਬਾਕੀ ਕਵਿਤਾ ਗਜ਼ਲ ਲਿਖਦੇ ਰਹਿੰਦੇ ਆ। ਸੋ ਮੇਰੀ ਬੇਨਤੀ ਆ ਕਿ ਇਹ ਆਪਣੀ ਕਿਸੇ ਰਚਨਾ ਰਾਹੀਂ ਨਵੇਂ ਪਾਤਸ਼ਾਹ ਨੂੰ ਅਕੀਦਾ ਭੇਟ ਕਰਨ। ਉਜਾਗਰ ਸਿੰਘ ਕਮਲ ਜੀ। ਵੈਰੀ ਮਚ। ਮੈਂ ਗੁਰਦੀਸ਼ ਭੈਣ ਜੀ ਹੋਰਾਂ ਦਾ ਧੰਨਵਾਦ ਕਰਦਾ ਹੋਇਆ ਅੱਜ ਦੇ ਸ਼ੁਭ ਦਿਹਾੜੇ ਦੀ ਸਾਰਿਆਂ ਨੂੰ ਵਧਾਈ ਦਿੰਦਾ ਹਾਂ। ਮੇਰੇ ਵੱਲੋਂ ਫਤਿਹ ਪ੍ਰਵਾਨ ਕਰਨੀ ਜੀ। ਇੱਕ ਕਵਿਤਾ ਰਾਹੀਂ ਮੈਂ ਸ਼ਬਦਾਂ ਦੀ ਸਾਂਝ ਪਾਵਾਂਗਾ ਜੀ। ਇੱਕ ਸ਼ੇਰ ਹੈ, ਪਹਿਲੋਂ ਬੋਲਾਂਗਾ ਕਿ ਸਮੇਂ ਦੇ ਹੁਕਮਰਾਨਾਂ ਤੋਂ ਇਹੀ ਗਲਤੀ ਹੋਈ ਅਕਸਰ। ਵਾਹ। ਸਮੇਂ ਦੇ ਹੁਕਮਰਾਨਾਂ ਤੋਂ ਇਹੀ ਗਲਤੀ ਹੋਈ ਅਕਸਰ, ਨਿਹੱਥੇ ਉਹ ਸਮਝਦੇ ਨੇ ਕਿ ਤਾਕਤਵਰ ਨਹੀਂ ਹੁੰਦੇ, ਪਰ ਕਿਸੇ ਮਜਲੂਮ ਦੀ ਜੋ ਧਰਮ ਦੀ ਰੱਖਿਆ ਰਹੇ ਕਰਦੇ, ਉਹਨਾਂ ਕੋਲੇ ਸਿਦਕ ਹੁੰਦਾ ਹੈ, ਕੋਈ ਸ਼ਸਤਰ ਨਹੀਂ ਹੁੰਦੇ। ਵਾਹ ਜੀ ਵਾਹ, ਬਹੁਤ ਅੱਛਾ ਵੀਰ ਜੀ। ਮੇਰੀ ਕਵਿਤਾ ਦੇ ਪਿਛੋਕੜ ਵਿੱਚ ਇਹ ਵਿਚਾਰਧਾਰਾ ਹੈ ਜੀ ਕਿ ਮੇਰੇ ਵਾਸਤੇ ਕਿਸੇ ਵੀ ਗੁਰੂ ਸਾਹਿਬਾਨ ਦਾ ਜੀਵਨ ਕੋਈ ਵੱਖਰੀ ਇਕਾਈ ਨਹੀਂ ਹੈ, ਸਗੋਂ ਸਾਰੇ ਗੁਰੂ ਸਾਹਿਬਾਨ ਦਾ ਜੀਵਨ ਕਾਲ ਇੱਕੋ ਜੋਤ ਦੇ ਨਿਰੰਤਰ ਸਫ਼ਰ ਦੀ ਅਲੌਕਿਕ ਗਾਥਾ ਹੈ। ਬਿਲਕੁਲ। ਮੇਰੀ ਕਵਿਤਾ ਇਸੇ ਪਿਛੋਕੜ ਨਾਲ ਜੁੜੀ ਹੋਈ ਹੈ। ਇਸ ਵਿੱਚ ਮੈਂ ਸਮੁੱਚੇ ਗੁਰੂ ਸਾਹਿਬਾਨ ਦੇ ਰੂਪ ਨੂੰ ਸਾਹਿਬ ਕਹਿ ਕੇ ਮੁਖਾਤਬ ਹਾਂ। ਕਵਿਤਾ ਹੈ, ਇਹ ਗੱਲ ਹੋਰ ਹੈ ਸਮਝ ਆਵੇ ਜਾਂ ਨਾ ਆਵੇ, ਪਰ ਬਿਨਾਂ ਮਕਸਦ ਤੋਂ ਕੁਦਰਤ ਵਿੱਚ ਕਿਤੇ ਵੀ ਕੁਝ ਨਹੀਂ ਹੁੰਦਾ। ਵਾਹ ਜੀ। ਸਾਹਿਬਾ, ਜਦ ਪਹਿਲੇ ਜਾਮੇ 'ਚ ਤੇਰੀ ਜੋਤ ਦਾ ਪ੍ਰਕਾਸ਼ ਹੋਇਆ ਸੀ, ਉਦੋਂ ਵੀ ਕੋਈ ਮਕਸਦ ਸੀ ਜੀ, ਪਰ ਕਿਹਾ ਮਕਸਦ ਸੀ ਜਿਸ ਨੂੰ ਪੂਰਾ ਹੋਣ ਵਿੱਚ 2 ਸਦੀਆਂ ਤੋਂ ਵੱਧ ਦਾ ਸਮਾਂ ਲੱਗਣਾ ਸੀ ਜੀ। ਝੁਲਦੇ ਝੱਖੜਾਂ ਵਿੱਚ ਬੁਝੇ ਹੋਏ ਦੀਵੇ ਜਗਾ ਦੇਣਾ, ਉਹਨਾਂ ਦੀ ਟਿਮਕਦੀ ਲੋਅ ਨੂੰ ਤੂਫਾਨਾਂ ਸੰਗ ਲੜਾ ਦੇਣਾ, ਸਹਿਮੇ ਤੇ ਡਰੇ ਹੋਏ ਮਨਾਂ ਤਾਈਂ ਜਿਉਣ ਦਾ ਚਾਅ ਚੜਾ ਦੇਣਾ, ਜਿਉਣ ਤੋਂ ਵੀ ਜੋ ਥਰ ਥਰ ਕੰਬਦੇ ਸੀ, ਉਹਨਾਂ ਚੋਂ ਮੌਤ ਦਾ ਹੀ ਡਰ ਮਿਟਾ ਦੇਣਾ। ਵਾਹ ਜੀ ਵਾਹ। ਇਹ ਇਤਿਹਾਸ ਦੀ ਕੋਈ ਆਮ ਜਿਹੀ ਘਟਨਾ ਨਹੀਂ ਸੀ, ਇਹ ਤਾਂ ਕ੍ਰਿਸ਼ਮਾ ਸੀ। ਵਾਹ ਜੀ ਵਾਹ। ਤੇਰੇ ਪ੍ਰਕਾਸ਼ ਦੀ ਪਹਿਲੀ ਕਿਰਨ ਜਦ ਜਗਮਗਾਈ ਸੀ, ਉਦੋਂ ਕੀ ਹਾਲ ਸੀ ਮੇਰਾ। ਮੈਂ ਭਰਮਾਂ ਦੇ ਅਤੇ ਵਹਿਮਾਂ ਦੇ ਜੰਗਲਾਂ 'ਚ ਭਟਕਦਾ ਸੀ, ਬਿਨਾਂ ਮਤਲਬ ਦੀਆਂ ਰੀਤਾਂ ਤੇ ਰਸਮਾਂ 'ਚ ਉਲਝਿਆ ਸੀ। ਨਾ ਹਿੰਮਤ ਸੀ ਤੇ ਨਾ ਕੋਈ ਹੌਸਲਾ ਬਾਕੀ ਸੀ ਮੇਰੇ ਵਿੱਚ। ਮੇਰਾ ਸਵੈਮਾਨ ਹਰ ਪਲ ਹਾਕਮਦਿਆਂ ਪੈਰਾਂ 'ਚ ਰੁਲਦਾ ਸੀ। ਜੀ ਸਾਹਿਬਾ, ਤੂੰ ਉਦੋਂ ਬਾਂਹ ਫੜੀ ਸੀ, ਮੈਨੂੰ ਡਿੱਗੇ ਨੂੰ ਉਠਾਉਣਾ ਸੀ, ਗਰਕ ਹੋਣੋਂ ਬਚਾਉਣਾ ਸੀ। ਸਮੇਂ ਦੀ ਨੇਰੀ ਪਰ ਉਵੇਂ ਦੀ ਉਵੇਂ ਰਹੀ ਸੀ ਝੁਲਦੀ, ਜਿਸ ਦੀ ਮਾਰ ਵਿੱਚ ਮੇਰਾ ਨਾ ਦੀਨ, ਨਾ ਈਮਾਨ ਤੇ ਨਾ ਧਰਮ ਬਚਣਾ ਸੀ। ਮੇਰੀ ਇੱਜ਼ਤ, ਮੇਰੀ ਪਤ ਜ਼ਬਰ ਅੱਗੇ ਗਿੜਗਿੜਾਉਂਦੀ ਸੀ। ਜੀ। ਮੇਰਾ ਸਹਾਰਾ ਉਦੋਂ ਬਣਿਆ ਸੀ ਤੇ ਮੈਨੂੰ ਦੱਸਿਆ ਮੈਂ ਕੌਣ ਹਾਂ, ਕੀ ਮੂਲ ਹੈ ਮੇਰਾ ਤੇ ਕੀ ਰਿਸ਼ਤਾ ਹੈ ਆਪਣੇ ਵਿੱਚ। ਜੀ। ਇਹ ਅਨੁਭਵ ਅਲੌਕਿਕ ਸੀ। ਮੇਰੇ ਅੰਦਰ ਉਮੀਦ ਦੀ ਇੱਕ ਲੋਅ ਟਿਮਕੀ ਸੀ ਤੇ ਮੈਨੂੰ ਲੱਗਿਆ ਸੀ ਜ਼ਿੰਦਗੀ ਦਾ ਅਰਥ ਹੈ ਕੋਈ। ਕਿਹਾ ਕੌਤਕ ਸੀ ਫਿਰ ਤੇਰਾ ਕਿ ਉਸੇ ਜੋਤ ਦੇ ਹੀ 5ਵੇਂ ਪ੍ਰਕਾਸ਼ ਦੇ ਵੇਲੇ ਇਹ ਪ੍ਰਤੱਖ ਦਰਸਾਇਆ ਕਿਵੇਂ ਹਰ ਜ਼ੁਲਮ ਨੂੰ, ਹਰ ਸਿਤਮ ਨੂੰ ਭਾਣੇ 'ਚ ਜਿਉਣਾ ਹੈ। ਪਰ ਤੇਰੀ ਵਿਲੱਖਣ ਵਿਉਂਤ ਵਿੱਚ ਇਹ ਵੀ ਜਿਵੇਂ ਕਾਫੀ ਨਹੀਂ ਸੀ। ਇਸੇ ਕਰਕੇ ਹੀ ਫਿਰ ਇਸ ਜੋਤ ਨੇ 9ਵੇਂ ਜਾਮੇ 'ਚ ਉਦੈ ਹੋ ਕੇ
ਸਿਦਕ ਦਾ ਉਹ ਇਤਿਹਾਸ ਰਚਿਆ ਜਿਸ ਨੂੰ ਦੁਹਰਾਉਣਾ ਤਾਂ ਸ਼ਾਇਦ ਸਮੇਂ ਦੇ ਵੀ ਵਸ 'ਚ ਨਾ ਹੋਵੇ। ਵਾਹ ਇਹ ਤਾਂ ਸੀ ਕਿ ਆਪਣੇ ਧਰਮ ਦੀ ਖਾਤਰ ਕਦੀ ਕੁਰਬਾਨ ਹੋ ਜਾਣਾ। ਵਾਹ ਜੀ ਪਰ ਕੋਈ ਆਏ ਕਿਸੇ ਦਰ ਤੇ ਕਿ ਉਸਦੇ ਧਰਮ ਖਾਤਰ ਹੋਰ ਕੋਈ ਕੁਰਬਾਨ ਹੋ ਜਾਵੇ। ਜੀ ਇਹ ਫਰਿਆਦ ਸੁਣ ਕੇ ਤਾਂ ਸਮਾਂ ਵੀ ਰੁਕ ਗਿਆ ਹੁਣ। ਪਰ ਤੇਰੀ ਲੀਲਾ ਨਿਆਰੀ ਸੀ, ਤੇਰੇ ਦਰ ਤੋਂ ਕੋਈ ਝੋਲੀ ਕਦੀ ਖਾਲੀ ਕਿਵੇਂ ਮੁੜਦੀ। ਬੇਵਸੀ ਵਿੱਚ ਦਰ ਤੇ ਆਏ ਦੀ ਕਰੀ ਫਰਿਆਦ ਸੁਣ ਕੇ ਸਹਿਜਤਾ ਨਾਲ ਉੱਠਣਾ, ਸਿਦਕ ਪੱਲੇ ਬੰਨ ਤੁਰ ਪੈਣਾ ਤੇ ਕਿਸੇ ਦੇ ਧਰਮ ਦੀ ਰੱਖਿਆ ਕਰਨ ਖਾਤਰ ਜਾ ਕੇ ਸੀਸ ਦੇ ਦੇਣਾ। ਵਾਹ ਕੌਤਕ ਵਿਲੱਖਣ ਸੀ, ਇਸ ਨੂੰ ਦੁਹਰਾਉਣਾ ਤਾਂ ਸ਼ਾਇਦ ਸਮੇਂ ਦੇ ਵੀ ਵਸ ਨਾ ਹੋਵੇ। ਮੇਰੇ ਅੰਦਰ ਇਹ ਸਭ ਕੁਝ ਦੇਖ ਕੇ ਸਹਿਣ ਸ਼ਕਤੀ ਦਾ, ਧੀਰਜ ਦਾ, ਸਿਦਕ ਦਾ ਬੀ ਪੁੰਗਰਿਆ ਸੀ ਤੇ ਸਿਰ ਉੱਚਾ ਉਠਾ ਕੇ ਤੁਰਨ ਦਾ ਸੁਪਨਾ ਜਨਮਿਆ ਸੀ। ਤੂੰ ਜਾਣੀ ਜਾਣ ਸੀ, ਇਸੇ ਹੀ ਪਲ ਨੂੰ ਸਿਰਜ ਰਿਹਾ ਸੀ। ਅਸੀਂ ਕਿੰਜ ਸਮਝਦੇ ਕਿ ਕਿਉਂ ਸਿਰਾਂ ਦੀ ਲੋੜ ਸੀ ਤੈਨੂੰ। ਤੈਂ ਗਰਦਨ ਨਹੀਂ, ਉਸ ਸੋਚ ਦੇ ਬੰਧਨ ਨੂੰ ਕੱਟਣਾ ਸੀ ਜਿਹੜੀ ਸੋਚ ਅੰਦਰ ਹੀਣਤਾ ਦਾ ਭਾਵ ਪਰਵਲ ਸੀ। ਜੀ ਜਿਹੜੀ ਸੋਚ ਸਾਨੂੰ ਜ਼ਬਰ ਦੇ ਮੂਹਰੇ ਝੁਕਾਉਂਦੀ ਸੀ, ਤੈਂ ਗਰਦਨ ਨਹੀਂ, ਉਸ ਸੋਚ ਦੇ ਬੰਧਨ ਨੂੰ ਕੱਟਣਾ ਸੀ। ਜੀ ਕਿ ਤੈਂ ਸਾਡੇ ਸਿਰ ਨਹੀਂ ਸਹਿਬਾ, ਸਿਰਾਂ ਦੀ ਸੋਚ ਬਦਲੀ ਸੀ। ਤੂੰ ਫਿਰ ਸਾਡੇ ਮਨਾਂ ਅੰਦਰ ਇਹ ਪ੍ਰਕਾਸ਼ ਕੀਤਾ ਸੀ ਕਿ ਦੁਬਦਾ ਦੇ ਬੰਧਨ ਤੋੜ ਕੇ ਹੀ ਪ੍ਰੀਤ ਨਿਭਦੀ ਹੈ। ਇਸ ਅਹਿਸਾਸ ਦੇ ਸਦਕੇ ਜਿਉਣ ਦਾ ਚਾਅ ਉਮੜਿਆ ਸੀ। ਅਸੀਂ ਅਣਜਾਣ ਤੇਰੇ ਚੋਜ ਨੂੰ ਕੀ ਜਾਣ ਸਕਦੇ ਸਾਂ ਕਿ ਇਸੇ ਚਾਅ ਕਰਕੇ ਸੱਚ ਦੇ ਨਾਲ ਖੜਿਆਂ ਹੋਣ ਦੀ ਹਿੰਮਤ ਜਨਮਦੀ ਹੈ। ਦ੍ਰਿੜਤਾ ਨਾਲ ਪੁੱਟੇ ਕਦਮ ਫਿਰ ਸਾਹਿਬ ਬਣਾਉਂਦੇ ਨੇ। ਸਾਨੂੰ ਸਾਹਿਬ ਬਣਾਉਣਾ ਹੀ ਜਿਵੇਂ ਮਕਸਦ ਸੀ ਤੇਰਾ, ਪਰ ਕਿ ਜੋ ਕੀਤਾ ਜਿਵੇਂ ਕੀਤਾ ਕਿਸੇ ਨੇ ਕੀ ਸਮਝਣਾ ਸੀ। ਮਰਨ ਤੋਂ ਪਹਿਲਾਂ ਕਿਸ ਅੰਦਾਜ਼ ਵਿੱਚ ਜਿਉਣਾ ਹੈ ਸਿਖਾਇਆ ਹੀ ਸਿਖਾਇਆ ਸੀ। ਮਰਨ ਤੋਂ ਬਾਅਦ ਵੀ ਜਿਉਂਦਾ ਕਿਵੇਂ ਰਹਿਣਾ ਹੈ ਇਹ ਰਾਹ ਵੀ ਵਿਖਾਇਆ ਸੀ। ਪਰ ਕੀ ਹੋ ਗਿਆ ਮੈਨੂੰ, ਮੈਂ ਕਿਸ ਥਾਂ ਤੇ ਅਪੜਿਆ ਹਾਂ ਕਿ ਮੈਂ ਜਿਉਂਦਾ ਤਾਂ ਹਾਂ ਪਰ ਰੋਜ਼ ਕਿੰਨੀ ਵਾਰ ਮਰਦਾ ਹਾਂ। ਤੇਰੀ ਤਸਵੀਰ ਤਾਂ ਮੈਂ ਸਾਹਮਣੇ ਕੰਧ ਤੇ ਲਗਾਈ ਹੈ, ਪਰ ਅਕਸਰ ਮੈਂ ਉਹਦੇ ਵੱਲ ਦੇਖਣ ਤੋਂ ਝਿਜਕਦਾ ਹਾਂ ਤੇ ਸੂਰਜ ਨੂੰ ਮੂੰਹ ਦਿਖਾਉਣ ਤੋਂ ਹਰ ਪਲ ਹੀ ਡਰਦਾ ਹਾਂ। ਮੇਰੀ ਅਰਦਾਸ ਹੈ ਸਾਹਿਬਾ ਕਿ ਫਿਰ ਤੂੰ ਬਾਂਹ ਫੜੀ ਮੇਰੀ, ਕਿਤੇ ਮੈਨੂੰ ਉਡਾ ਕੇ ਲੈ ਨਾ ਜਾਏ ਸਮੇਂ ਦੀ ਨੇਰੀ। ਕਿਤੇ ਮੈਨੂੰ ਉਡਾ ਕੇ ਲੈ ਨਾ ਜਾਏ ਸਮੇਂ ਦੀ। ਬਹੁਤ ਬਹੁਤ ਧੰਨਵਾਦ ਵੀਰ ਜੀ, ਬਹੁਤ ਹੀ ਵਧੀਆ ਤੁਹਾਡੀ ਭਾਵਪੂਰਤ ਕਵਿਤਾ। ਜਿਸ ਤਰ੍ਹਾਂ ਤੁਸੀਂ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਜੋਤ ਨੂੰ ਸਾਰੇ ਗੁਰੂਆਂ ਦੇ ਨਾਲ ਜੋੜ ਕੇ ਤੇ ਅਜੋਕੇ ਹਾਲਾਤ ਦਾ ਵੀ ਕਵਿਤਾ ਚ ਵਰਣਨ ਕੀਤਾ। ਬਹੁਤ ਹੀ ਕਮਾਲ ਦੀ ਤੁਹਾਡੀ ਸ਼ਾਇਰੀ ਤੇ ਸਜਦਾ ਤੁਹਾਡੀ ਸ਼ਾਇਰੀ ਨੂੰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਤੇ ਹੁਣ ਮੈਂ ਅੱਗੋਂ ਟੋਰਾਂਟੋ ਹੀ ਅਸੀਂ ਦੂਸਰੇ ਆਪਣੇ ਕਵੀ ਦੇ ਨਾਮ ਵੱਲ ਜਾਂਦੇ ਹਾਂ ਜੀ। ਟੋਰਾਂਟੋ ਤੋਂ ਇੱਕ ਹੋਰ ਸਾਡੇ ਨਾਲ ਕਵੀ ਜੁੜੇ ਨੇ, ਸੁਜਾਨ ਸਿੰਘ ਸੁਜਾਨ ਜੀ। ਅੱਗੇ ਵੀ ਇੱਕ ਵਾਰੀ ਸਾਡੇ ਦੀਵਾਨ 'ਚ ਹਾਜ਼ਰੀਆਂ ਭਰ ਗਏ, ਇਹਨਾਂ ਨੂੰ ਜੀ ਆਇਆਂ। ਤੇ ਇਹ ਇੰਡੀਆ ਤੋਂ ਹੈਡਮਾਸਟਰ ਰਿਟਾਇਰ ਹੋਏ ਤੇ ਇਹਨਾਂ ਦੀਆਂ ਬਹੁਤ ਸਾਰੀਆਂ ਗੀਤਾਂ ਦੀਆਂ ਜਿਹੜੀਆਂ ਕਿਤਾਬਾਂ ਪੁਸਤਕਾਂ ਛਪ ਚੁੱਕੀਆਂ। 3 ਕਿਤਾਬਾਂ ਇਹਨਾਂ ਦੀਆਂ। ਇਹਨਾਂ ਦੇ ਗੀਤਾਂ ਨੂੰ ਬਹੁਤ ਸਾਰੇ ਗਾਇਕਾਂ ਨੇ ਗਾਇਆ ਵੀ ਆ ਤੇ ਹੁਣ ਵੀ ਗਾ ਰਹੇ ਆ। ਇਹ ਆਪ ਵੀ ਬੁਲੰਦ ਆਵਾਜ਼ ਦੇ ਮਾਲਕ ਆ। ਸੋ ਪਹਿਲਾਂ ਇਹ ਕੈਲਗਰੀ ਵੀ ਕੁਝ ਸਮਾਂ ਇਹਨਾਂ ਦਾ ਪਰਿਵਾਰ ਰਿਹਾ ਤੇ ਹੁਣ ਇਹ ਟੋਰਾਂਟੋ ਪੱਕੇ ਤੌਰ ਤੇ ਆਪਣੀ ਜਿਹੜੇ ਆ ਨਿਵਾਸ ਕਰ ਰਹੇ ਆ। ਸੋ ਮੈਂ ਬੇਨਤੀ ਕਰਦੀ ਹਾਂ ਵੀਰ ਜੀ ਸੁਜਾਨ ਸਿੰਘ ਸੁਜਾਨ ਜੀ, ਆਪਣੀ ਕਿਸੇ ਪਿਆਰੀ ਜਿਹੀ ਰਚਨਾ ਨਾਲ ਤੇ ਆਪਣੀ ਬੁਲੰਦ ਆਵਾਜ਼ ਦੇ ਨਾਲ ਸਾਡੇ ਨਾਲ ਸਾਂਝ ਪਾਉਣ। ਸੁਜਾਨ ਸਿੰਘ ਸੁਜਾਨ ਜੀ ਟੋਰਾਂਟੋ ਤੋਂ। ਸਾਰੇ ਵੀਰਾਂ ਭੈਣਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਸ ਮਹਾਨ ਉਦਤੀ ਸ਼ਖਸੀਅਤ ਜਿਹਦੇ ਬਾਰੇ ਸਾਰੇ ਕਵੀਆਂ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ ਨੇ ਕਵਿਤਾ ਰਾਹੀਂ। ਮੇਰੇ ਵੀਰ ਉਸਤਾਦ ਸ਼ਾਇਰ ਸਾਡੇ ਸ਼ਹਿਰ ਦੇ ਜਲੰਧਰ ਦੇ ਕਮਜੀਤ ਸਿੰਘ ਨੂਰ, ਉਹਨਾਂ ਦੇ ਸਤਿਕਾਰਯੋਗ ਪਿਛਲੇ ਭੈਣ ਜੀ, ਉਹ ਵੀ ਪੇਸ਼ ਕਰਕੇ ਗਏ ਨੇ। ਤੋ ਮੈਂ ਇੱਕ ਸ਼ੇਰ ਤਾਜ਼ਾ ਹੀ ਲਿਖਿਆ, ਇੱਕ ਮੈਂ ਗੀਤ ਤੁਹਾਡੀ ਨਜ਼ਰ ਕਰਾਂਗਾ।
ਛੇਵੇਂ ਗੁਰਾਂ ਦੇ ਘਰ ਅੱਜ ਰੌਣਕਾਂ ਨੇ, ਛੇਵੇਂ ਗੁਰਾਂ ਦੇ ਘਰ ਅੱਜ ਰੌਣਕਾਂ ਨੇ, ਤੇ ਨੌਵੇਂ ਗੁਰਾਂ ਦਾ ਜਦ ਅਵਤਾਰ ਆਇਆ, ਵਾਹ ਜੀ ਵਾਹ। ਮਾਵਾਂ ਬੱਚਿਆਂ ਨਾਲ ਹੀ ਸੌਂਦੀਆਂ ਨੇ, ਛੇਵੇਂ ਗੁਰਾਂ ਦੇ ਘਰ ਅੱਜ ਰੌਣਕਾਂ ਨੇ, ਤੇ ਜੀ। ਨੌਵੇਂ ਗੁਰਾਂ ਦਾ ਜਦ ਅਵਤਾਰ ਹੋਇਆ, ਮਾਵਾਂ ਬੱਚਿਆਂ ਨਾਲ ਹੀ ਸੌਂਦੀਆਂ ਨੇ। ਵੀਰ ਜੀ ਆਵਾਜ਼ ਉੱਚੀ ਕਰ ਲਓ, ਥੋੜੀ ਜੀ ਮਾਈਕ ਦੇ ਨੇੜੇ ਹੋ ਜਾਓ। ਮਾਵਾਂ ਬੱਚਿਆਂ ਨਾਲ ਹੀ ਸੌਂਦੀਆਂ ਨੇ, ਤੇ ਸੀਨਾ ਨਾਨਕੀ ਦਾ ਸ਼ਰਸ਼ਾਰ ਹੋਇਆ, ਦੁਖੀਆਂ ਨਿਰਬਲ ਯਤੀਮਾਂ ਨੂੰ, ਦੁਖੀਆਂ ਨਿਰਬਲ ਯਤੀਮਾਂ ਨੂੰ ਇੰਜ ਲੱਗਾ, ਤੇ ਜਿੱਦਾਂ ਉਹਨਾਂ ਦਾ ਹੌਲਾ ਹੁਣ ਪਾਰ ਹੋਇਆ, ਤੇ ਗੁਰੂ ਘਰ ਦੀ ਖੁਸ਼ੀ ਨਾ ਜਾਏ ਸਾਂਭੀ, ਤੇ ਸੋਢੀ ਬੰਸ ਦਾ ਹੋਰ ਪਸਾਰ ਹੋਇਆ। ਵਾਹ ਜੀ ਵਾਹ। ਵੀਰ ਜੀ ਆਵਾਜ਼ ਨਹੀਂ ਆ ਰਹੀ ਤੁਹਾਡੀ, ਤੁਸੀਂ ਹਾਰਮੋਨੀਅਮ ਥੋੜਾ। ਆਵਾਜ਼ ਬਹੁਤ ਘੱਟ ਹੈ ਤੁਹਾਡੀ। ਆਵਾਜ਼ ਘੱਟ ਆ ਰਹੀ ਆ ਵੀਰ ਜੀ। ਦੇ ਘਰ ਠੀਕ ਆ। ਅੱਜ ਰੌਣਕਾਂ ਨੇ, ਹਾਂ ਅੱਗੇ ਨਾਲੋਂ ਠੀਕ ਹੈ ਹੁਣ। ਠੀਕ ਹੈ ਜੀ। ਛੇਵੇਂ ਗੁਰਾਂ ਦੇ ਘਰ ਅੱਜ ਰੌਣਕਾਂ ਨੇ, ਵਾਹ ਵਾਹ। ਨੌਵੇਂ ਗੁਰਾਂ ਦਾ ਜਦ ਅਵਤਾਰ ਹੋਇਆ, ਮਾਵਾਂ ਬੱਚਿਆਂ ਨਾਲ ਹੀ ਸੌਂਦੀਆਂ ਨੇ, ਤੇ ਸੀਨਾ ਨਾਨਕੀ ਦਾ ਡਾਢਾ ਸ਼ਰਸ਼ਾਰ ਹੋਇਆ, ਦੁਖੀਆਂ ਨਿਰਬਲ ਯਤੀਮਾਂ ਨੂੰ ਇੰਜ ਲੱਗਾ, ਤੇ ਜਿੱਦਾਂ ਉਹਨਾਂ ਦਾ ਹੌਲਾ ਹੁਣ ਪਾਰ ਹੋਇਆ, ਗੁਰੂ ਘਰ ਦੀ ਖੁਸ਼ੀ ਨਾ ਜਾਏ ਸਾਂਭੀ, ਤੇ ਸੋਢੀ ਬੰਸ ਦਾ ਹੋਰ ਪਸਾਰ ਹੋਇਆ। ਜਦੋਂ ਕਵੀ ਸੁਜਾਨ ਵੀ ਬਖਸ਼ਿਆ ਜਾਊ, ਤੇ ਨੌਵੇਂ ਗੁਰਾਂ ਦਾ ਧਿਆਨ ਜਦ ਧਾਰਨਾ ਹੈ, ਮੱਖਣ ਸ਼ਾਹ ਦਾ ਬੇੜਾ ਇਸ ਤਾਰਨਾ ਹੈ, ਤੇ ਡੁੱਬਦੀ ਹਿੰਦ ਦਾ ਬੇੜਾ ਵੀ ਤਾਰਨਾ ਹੈ। ਬਈ ਠੀਕ ਹੈ ਬਾਈ। ਫਿਰ ਘਟ ਗਈ ਤੁਹਾਡੀ ਆਵਾਜ਼, ਬਹੁਤ ਘੱਟ ਆ ਰਹੀ। ਹਾਰਮੋਨੀਅਮ ਬੰਦ ਕਰ, ਸਾਈਡ ਕਰਕੇ ਦੇਖਦਾ ਹਾਰਮੋਨੀਅਮ ਬਿਨਾ। ਤੁਸੀਂ ਹਾਰਮੋਨੀਅਮ ਤੋਂ ਬਿਨਾਂ ਹੀ ਬੋਲੋ ਜਾਂ ਫਿਰ ਬਿਨਾਂ ਆਵਾਜ਼ੇ ਤੋਂ ਹੀ ਬੋਲੋ ਸੁਜਾਨ ਜੀ। ਹਾਂਜੀ ਅੱਛਾ ਚਲੋ ਜੀ। ਹੁਣ ਬੋਲੋ ਹਾਂ। ਆ ਰਹੀ ਆਵਾਜ਼? ਹਾਂਜੀ ਹਾਂਜੀ ਬਿਲਕੁਲ ਠੀਕ ਹੈ। ਨੌਵੇਂ ਗੁਰਾਂ ਦੇ ਜਨਮ ਦੀ ਕਿੰਨੀ ਖੁਸ਼ੀ ਹੋਈ, ਅਰਸ਼ਾਂ ਉੱਤੇ ਦੇਵਤਿਆਂ ਵੰਡੀ ਖੁਸ਼ਬੋਈ, ਵਾਹ ਵਾਹ। ਨੌਵੇਂ ਗੁਰਾਂ ਦੇ ਜਨਮ ਦੀ ਕਿੰਨੀ ਖੁਸ਼ੀ ਹੋਈ, ਅਰਸ਼ਾਂ ਉੱਤੇ ਦੇਵਤਿਆਂ ਵੰਡੀ ਖੁਸ਼ਬੋਈ। ਇਹ ਸੁਣਨਾ ਨੂਰ ਸਾਹਿਬ ਜੀ ਜੀ ਬਹੁਤ ਅੱਛਾ। ਛੇਵੇਂ ਗੁਰਾਂ ਦਾ ਪੰਜਵੇਂ ਦਾ ਪੋਤਾ, ਕੁਦਰਤ ਰਾਣੀ ਮੁਖ ਇਹਦਾ ਚਾਨਣ ਵਿੱਚ ਤੋਤਾ। ਵਾਹ ਜੀ ਵਾਹ। ਇਹ ਪੁੱਤਰ ਛੇਵੇਂ ਗੁਰਾਂ ਦਾ ਪੰਜਵੇਂ ਦਾ ਪੋਤਾ, ਕੁਦਰਤ ਰਾਣੀ ਮੁਖ ਇਹਦਾ ਚਾਨਣ ਵਿੱਚ ਤੋਤਾ, ਇਸ ਦੀ ਕਰਨੀ ਕਿਸੇ ਤੋਂ ਨਾ ਜਾਊ ਲਕੋਈ, ਅਰਸ਼ਾਂ ਉੱਤੇ ਦੇਵਤਿਆਂ ਵੰਡੀ ਖੁਸ਼ਬੋਈ। ਵਾਹ ਜੀ ਵਾਹ। ਅੱਛੇ ਸੁਣੋ ਸ਼ਾਇਰ ਦੋਸਤੋ,
ਜੰਗ ਇਰਸ਼ਾਦ ਵਿੱਚ ਜੀ। ਜਦ ਇਸ ਤੇਗ ਦਾ ਹੈ ਜ਼ੋਰ ਦਿਖਾਉਣਾ, ਜੰਗ ਵਿੱਚ ਜਦ ਇਸ ਤੇਗ ਦਾ ਹੈ ਜ਼ੋਰ ਦਿਖਾਉਣਾ, ਰੁਤਬਾ ਤੇਗ ਬਹਾਦਰ ਦਾ ਇਸ ਪਿਤਾ ਤੋਂ ਪਾਉਣਾ। ਵਾਜੂ ਤੋ ਐਸੀ ਸ਼ਕਤੀ ਰੱਬ ਵੱਲੋਂ ਇਸ ਵਿੱਚ ਸਮੋਈ, ਅਰਸ਼ਾਂ ਉਤੇ ਦੇਵਤਿਆਂ ਵੰਡੀ ਖੁਸ਼ਬੋਈ। ਵਾਹ ਵੱਡਾ ਹੋ ਕੇ ਬਣੇਗਾ, ਵੱਡਾ ਹੋ ਕੇ ਬਣੇਗਾ ਗੁਜਰੀ ਦਾ ਸਾਈਂ, ਇਸ ਦਾ ਕੀਤਾ ਬਚਨ ਨਾ ਕਦੇ ਜਾਊ ਅਜਾਈ। ਇਹਦੇ ਦਰ ਬਿਨ ਦੁਖੀਆਂ ਨੂੰ ਮਿਲਣੀ ਨਹੀਂ ਟੋਈ, ਵਰਸ਼ਾਂ ਉਤੇ ਦੇਵਤਿਆਂ ਵੰਡੀ ਖੁਸ਼ਬੋਈ। ਵਾਹ ਵਾਹ ਬਹੁਤ ਅੱਛਾ। ਵਿਪਤਾ ਵੇਲੇ ਮੱਖਣ ਸ਼ਾਹ ਨੇ ਨੂੰ ਧਿਆਉਣਾ, ਡੁੱਬਦਾ ਬੇੜਾ ਮੋਢਾ ਡਾ ਬੰਨੇ ਉਹਦਾ ਲਾਉਣਾ, ਜਿਹੜਾ ਮੋਰਾ ਮੰਗ ਲਊ ਸੱਚਾ ਗੁਰੂ ਸੋਈ, ਅਰਸ਼ਾਂ ਉਤੇ ਦੇਵਤਿਆਂ ਵੰਡੀ ਖੁਸ਼ਬੋਈ। ਤਨੂਰ ਸਾਹਿਬ ਸ਼ੇਰ ਲਿਖਾਂ। ਜੀ ਜੀ ਜਦ ਔਰੰਗੇ ਹਿੰਦੀਆਂ ਤੇ ਬੜਾ ਜ਼ੁਲਮ ਕਮਾਉਣਾ, ਸ੍ਰੀ ਨਗਰ ਦੀ ਸ੍ਰੀ ਨੂੰ ਇਸਨੇ ਬਚਾਉਣਾ। ਵਾਹ ਜਦ ਔਰੰਗੇ ਹਿੰਦੀਆਂ ਤੇ ਬੜਾ ਜ਼ੁਲਮ ਕਮਾਉਣਾ, ਸ੍ਰੀ ਨਗਰ ਦੀ ਸ੍ਰੀ ਨੂੰ ਇਸਨੇ ਬਚਾਉਣਾ। ਤਾਂ ਉਹ ਜਦ ਕਸ਼ਮੀਰੀ ਪੰਡਤਾਂ ਇਹਦੇ ਦਰ ਆਉਣਾ, ਸ੍ਰੀ ਨਗਰ ਦੀ ਸ੍ਰੀ ਨੂੰ ਇਸਨੇ ਬਚਾਉਣਾ। ਇਹਦੇ ਦਰ ਬਿਨ ਕਿਸੇ ਨੂੰ ਮਿਲਣੀ ਨਾ ਟੋਈ, ਕੋਈ ਅਰਸ਼ਾਂ ਉਤੇ ਦੇਵਤਿਆਂ ਵੰਡੀ ਖੁਸ਼ਬੋਈ। ਤੋ ਬਾਣੀ ਨੌਵੇਂ ਗੁਰਾਂ ਦੀ ਸੀਨੇ ਠੰਡ ਪਾਉਂਦੀ, ਜਨਮ ਮਰਨ ਦੇ ਗੇੜ ਚੋਂ ਹੈ ਮੁਕਤ ਕਰਾਉਂਦੀ। ਮਨ ਚਿਤ ਲਾ ਕੇ ਇਸ ਨੂੰ ਪੜਦਾ ਜਦ ਕੋਈ, ਅਰਸ਼ਾਂ ਉਤੇ ਦੇਵਤਿਆਂ ਵੰਡੀ ਖੁਸ਼ਬੋਈ। ਤੋਂ ਅੰਤਮ ਸ਼ੇਰ ਹੈ ਜੀ ਸ਼ਹਿਰ ਦੋਸਤੋ। ਜੀ ਨੌਵੇਂ ਗੁਰਾਂ ਦੇ ਦਰਸ ਜਾਨ ਜੋ ਆਉ ਸਵਾਲੀ, ਉਹ ਝੋਲੀਆਂ ਪਰ ਜਾਊਗਾ ਉਹ ਮੁੜੂ ਨਾ ਖਾਲੀ। ਜੀ ਵਾਹ ਨੌਵੇਂ ਗੁਰਾਂ ਦੇ ਦਰਸ ਜਾਨ ਜੋ ਆਉ ਸਵਾਲੀ, ਝੋਲੀਆਂ ਪਰ ਜਾਊਗਾ ਉਹ ਮੁੜੂ ਨਾ ਖਾਲੀ। ਇਸ ਦੀ ਬੇਮਾ ਸ਼ਬਦਾਂ ਵਿੱਚ ਨਾ ਜਾਊ ਪਰੋਈ, ਅਰਸ਼ਾਂ ਉਤੇ ਦੇਵਤਿਆਂ ਵੰਡੀ ਖੁਸ਼ਬੋਈ। ਨੌਵੇਂ ਗੁਰਾਂ ਦੇ ਜਨਮ ਦੀ ਕਿੰਨੀ ਖੁਸ਼ੀ ਹੋਈ, ਅਰਸ਼ਾਂ ਉਤੇ ਦੇਵਤਿਆਂ ਵੰਡੀ ਖੁਸ਼ਬੋਈ। ਅਰਸ਼ਾਂ ਉਤੇ ਦੇਵਤਿਆਂ ਵੰਡੀ ਖੁਸ਼ਬੋਈ। ਵਾਹਿਗੁਰੂ ਜੀ ਕਾ ਵਾਹ ਬਹੁਤ ਅੱਛਾ बहुत अच्छे ਵਾਹਿਗੁਰੂ बहुत ਜੀ अच्छे ਬਹੁਤ ਅੱਛਾ ਬਹੁਤ ਅੱਛਾ ਬਹੁਤ ਅੱਛਾ ਵਾਹ ਜੀ ਵਾਹ। ਬੜੀ ਸੁੰਦਰ ਕਵਿਤਾ ਵਾਹ ਬਹੁਤ ਵਧੀਆ ਜੀ ਬਹੁਤ ਸੋਹਣੀ ਆਵਾਜ਼ ਦੇ ਵਿੱਚ ਇਹਨਾਂ ਨੇ ਬੜੀ ਪਿਆਰੀ ਆਪਣੀ ਕਵਿਤਾ ਅਰਸ਼ਾਂ ਉੱਤੇ ਦੇਵਤਿਆਂ ਵੰਡੀ ਖੁਸ਼ਬੂ ਸਾਡੇ ਨਾਲ ਸਾਂਝੀ ਕੀਤੀ। ਸੋ ਬਹੁਤ ਬਹੁਤ ਧੰਨਵਾਦ ਵੀਰ ਜੀ ਸੁਜਾਨ ਸਿੰਘ ਸੁਜਾਨ ਜੀ ਦਾ। ਬਹੁਤ ਸਾਰੇ ਕਵੀ ਦਰਬਾਰ ਇਹਨਾਂ ਦੇ ਨਾਲ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਇੰਡੀਆ ਵਿੱਚ, ਤੇ ਹੁਣ ਇੱਥੇ ਇਹਨਾਂ ਦੇ ਦਰਸ਼ਨ ਹੋ ਗਏ। ਜ਼ੂਮ ਮੀਟਿੰਗਾਂ ਨੇ, ਆਨਲਾਈਨ ਮੀਟਿੰਗਾਂ ਨੇ ਸਾਨੂੰ ਸਾਰੀ ਦੁਨੀਆ ਦੇ ਕਵੀਆਂ ਨੂੰ, ਸਾਰੀ ਦੁਨੀਆ ਦੇ ਵਿਦਵਾਨਾਂ ਨੂੰ ਇਕੱਠੇ ਕਰ ਦਿੱਤਾ। ਸੋ ਇਸ ਦੌਰ ਦੀ ਇਹ ਚੰਗੀ ਪ੍ਰਾਪਤੀ ਵੀ ਹੈ ਕਿ ਅਸੀਂ ਇੱਕ ਗਲੋਬਲ ਪਿੰਡ ਬਣ ਗਏ ਸਾਰੇ। ਤੇ ਹੁਣ ਮੈਂ ਇਸ ਤੋਂ ਬਾਅਦ ਸੱਦਾ ਦਿਆਂਗੀ ਸਾਡੇ ਬਹੁਤ ਹੀ
ਸਤਿਕਾਰਯੋਗ ਵੀਰ ਜੀ ਕੇਵਲ ਸਿੰਘ ਨਿਰਦੋਸ਼ ਜੀ BC ਕੈਮਲੂਪਸ ਤੋਂ ਸਾਡੇ ਨਾਲ ਜੁੜੇ ਆ ਤੇ ਇਹਨਾਂ ਦੀ ਸ਼ਖਸੀਅਤ ਜਿਹੜੀ ਬਹੁਤ ਪੱਕੀ ਸ਼ਖਸੀਅਤ ਦੇ ਮਾਲਕ ਆ। 30 ਪੁਸਤਕਾਂ ਇਹਨਾਂ ਦੀਆਂ ਛਪ ਚੁੱਕੀਆਂ ਤੇ ਜੀ ਤੇ ਰਾਗੀ ਢਾਡੀ ਕਵੀ ਕਵੀਸ਼ਰ ਕਥਾਵਾਚਕ ਗੀਤਕਾਰ ਹੈੱਡ ਗ੍ਰੰਥੀ ਰਹੇ ਗੁਰਦੁਆਰਿਆਂ ਦੇ ਤੇ ਮਿਸ਼ਨਰੀ ਕਾਲਜ ਅੰਮ੍ਰਿਤਸਰ ਦੇ ਵਿੱਚ 2 ਸਾਲ ਪੜ੍ਹੇ ਤੇ 1963 ਚ ਇਹਨਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਗਿਆਨੀ ਕੀਤੀ, ਪਿੰਡ ਦੇ ਸਕੂਲ ਚ ਪੜ੍ਹਾਇਆ। ਫਿਰ 1965 ਚ ਇੰਡੀਅਨ ਆਰਮੀ ਚ ਧਾਰਮਿਕ ਟੀਚਰ ਜਿਹੜੇ ਸੀ ਉਹਦੀ ਇਹਨਾਂ ਨੇ ਸੇਵਾ ਕੀਤੀ ਤੇ ਫਿਰ 1991 ਚ ਪੈਨਸ਼ਨ ਲੈ ਕੇ ਤੰਜ਼ਾਨੀਆ ਗ੍ਰੰਥੀ ਦੀ ਸਰਵਿਸ ਕੀਤੀ ਤੇ ਫਿਰ ਇੱਕ ਕੈਮਲੂਪਸ ਗੁਰੂ ਘਰ ਦੇ ਵਿੱਚ ਇਹਨਾਂ ਨੇ ਡਿਊਟੀ ਨਿਭਾਈ ਤੇ ਹੁਣ ਵੀ ਨਿਭਾ ਰਹੇ ਆ। ਤੇ ਇਹਨਾਂ ਦੀਆਂ ਜਿਹੜੀਆਂ ਪੁਸਤਕਾਂ ਦੀ ਖਾਸੀਅਤ ਇਹ ਆ ਕਿ ਇਹਨਾਂ ਨੇ ਜਿਹੜੀਆਂ ਕੁਝ ਬਾਣੀਆਂ ਦੇ ਕਾਵ ਰੂਪ ਦੇ ਵਿੱਚ ਟੀਕੇ ਲਿਖੇ ਆ, ਜਿਸ ਤਰ੍ਹਾਂ ਸੁਖਮਨੀ ਸਾਹਿਬ ਦੀ, ਬਾਬਾ ਫਰੀਦ ਜੀ ਦੀ ਬਾਣੀ ਆ ਤੇ ਉਹਨਾਂ ਦੇ ਇਹਨਾਂ ਨੇ ਕਾਵ ਟੀਕੇ ਕੀਤੇ ਆ। ਇੱਕ ਇਹਨਾਂ ਦਾ ਮਹਾਕਾਵਿ ਛਪ ਚੁੱਕਾ ਬਾਬਾ ਬੰਦਾ ਸਿੰਘ ਬਹਾਦਰ ਤੇ ਇਹਨਾਂ ਨੇ ਆਪਣੀ ਸਵੈ ਜੀਵਨੀ ਵੀ ਲਿਖ ਲਈ ਆ ਜੀ ਤੇ 2018 ਵਿੱਚ ਇਹਨਾਂ ਨੂੰ ਕੇਂਦਰੀ ਲੇਖਕ ਸਭਾ ਉੱਤਰੀ ਅਮਰੀਕਾ ਵੱਲੋਂ ਸਰਵੋਤਮ ਸਾਹਿਤਕਾਰ ਦਾ ਵੀ ਪੁਰਸਕਾਰ ਪ੍ਰਾਪਤ ਹੋਇਆ ਤੇ ਇਹਨਾਂ ਦੀ ਭਾਵੇਂ ਹੁਣ ਸਿਹਤ ਬਹੁਤੀ ਠੀਕ ਨਹੀਂ ਰਹੀ ਤੇ ਇਹਨਾਂ ਨੇ ਦੱਸਿਆ ਮੈਨੂੰ ਪਿੱਛੇ ਇਹਨਾਂ ਦੀ ਸਿਹਤ ਥੋੜੀ ਢਿੱਲੀ ਰਹੀ, ਪਰ ਫਿਰ ਵੀ ਇਹਨਾਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਤੇ ਅੱਜ ਸਾਡੇ ਵਿੱਚ ਹਾਜ਼ਰੀ ਭਰੀ। ਬਹੁਤ ਬਹੁਤ ਧੰਨਵਾਦ ਇਹਨਾਂ ਦਾ ਕੇਵਲ ਸਿੰਘ ਨਿਰਦੋਸ਼ ਜੀ। ਤੇ ਤੁਸੀਂ ਆਪਣੀ ਕਿਸੇ ਪਿਆਰੀ ਜੀ ਰਚਨਾ ਦੇ ਨਾਲ ਸਾਡੇ ਨਾਲ ਸਾਂਝ ਪਾਓ। BC ਵਿਖੇ ਤੁਹਾਡੇ ਕਵੀ ਦਰਬਾਰਾਂ 'ਚ ਦਰਸ਼ਨ ਹੁੰਦੇ ਰਹਿੰਦੇ ਸੀ, ਤੁਹਾਨੂੰ ਸਰੰਗੀ ਤੇ ਵੀ ਸੁਣਿਆ, ਤੁਹਾਨੂੰ ਹਾਰਮੋਨੀਅਮ ਤੇ ਵੀ ਸੁਣਿਆ। ਸੋ ਅੱਜ ਮੇਰੀ ਬੇਨਤੀ ਹੈ ਕਿ ਤੁਸੀਂ ਜ਼ਰੂਰ ਸਾਡੇ ਸਾਰਿਆਂ ਦੇ ਰੂਬਰੂ ਹੋਵੋ। ਕੇਵਲ ਸਿੰਘ ਨਿਰਦੋਸ਼ ਜੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਹੁਣ ਉਮਰ ਜ਼ਿਆਦਾ ਹੋਣ ਕਰਕੇ ਸ਼ਾਇਦ ਮੈਂ ਬਾਲਾ ਕਲੀਅਰ ਨਾ ਕਰ ਸਕਾਂ। ਭੈਣ ਗੁਰਦੀਸ਼ ਕੌਰ ਜੀ ਨੇ ਬਹੁਤ ਕੁਝ ਦੱਸ ਦਿੱਤਾ। 9ਵੇਂ ਪਾਤਸ਼ਾਹ ਜੀ ਦੇ 4ਥੀ ਸ਼ਤਾਬਦੀ ਸੰਗੂ ਸਾਧ ਸੰਗਤ ਨੂੰ ਬਹੁਤ ਬਹੁਤ ਵਧਾਈ ਤੇ ਮੈਂ ਉਹਨਾਂ ਦੇ 2 ਸ਼ਲੋਕ ਤੇ 2 ਸ਼ਬਦ ਉਹਨਾਂ ਦਾ ਕਾਵ ਟੀਕਾ ਆਪ ਜੀ ਦੀ ਸੇਵਾ ਚ ਪੇਸ਼ ਕਰਦਾ ਜੀ। ਜਿਹੜੇ ਸ਼ਲੋਕ ਹੈਗੇ ਆ, ਨੌਵੇਂ ਮਹਿਲੇ ਦੇ ਬਲ ਛੁੱਟ ਕੇ ਉਹ ਬੰਧਨ ਭਰੇ ਤੇ ਬਲ ਹੋਆ ਬੰਧਨ ਛੁੱਟੇ, ਇਹਨਾਂ ਨੂੰ ਕੁੰਡਲੀਆ ਛੰਦ ਦੇ ਵਿੱਚ ਕੀਤਾ ਹੈ। ਕੁੰਡਲੀਆ ਛੰਦ ਦੋਹਰਾ ਤੇ ਰੋਲੇ ਦਾ ਸੁਮੇਲ ਹੈ ਵਰਨਕ ਮਾਤਰਕ ਛੰਦ ਹੈ। 24 ਮਾਤਰਾ ਦਾ ਦੋਹਰਾ ਜਿਹੜਾ ਉਹ 13+11 ਹੁੰਦਾ ਹੈ ਤੇ ਜਿਹੜਾ ਰੋਲਾ ਉਹ 11+13 ਹੁੰਦਾ ਹੈ। ਤੋਂ ਧਿਆਨ ਦੇਣਾ ਜੀ। ਪਹਿਲਾ ਦੋਹਰਾ ਬਲ ਛੁੱਟ ਕੇ ਉਹ ਬੰਧਨ ਭਰੇ ਕਛੂ ਨਾ ਹੋਤ ਉਪਾਏ, ਕਹੋ ਨਾਨਕ ਅਬ ਓਟ ਹਰ ਗਾਜਿਓ ਹੋ ਸਹਾਏ। ਇਹਦਾ ਭਾਵਰਥ ਕਰਨ ਦਾ ਯਤਨ ਕੀਤਾ ਹੈ ਕਿ ਪੈਂਦੇ ਬੰਧਨ ਉਦੋਂ ਹੀ ਜਦ ਹੋਈਏ ਬਲਹੀਣ, ਜੀਣਾ ਕੇਵਲ ਬਲੀ ਦਾ ਨਿਰਬਲ ਦਾ ਕੀ ਜੀਣ। ਨਿਰਬਲ ਦਾ ਕੀ ਜੀਣ ਗਲੇ ਵਿੱਚ ਤੌਕ ਗੁਲਾਮੀ, ਕੌਮਾਂ ਹੋਣ ਗੁਲਾਮ ਕੋਈ ਨਾ ਭਰਦਾ ਹਾਮੀ। ਕਹੇ ਕਵੀ ਨਿਰਦੋਸ਼ ਸੂਰਮੇ ਹੀ ਹੱਕ ਲੈਂਦੇ, ਪਰਵਸ ਪਿਆ ਹਮੇਸ਼ ਦਰਦ ਦੁੱਖ ਝੱਲਣੇ ਪੈਂਦੇ ਜੀ। ਬਹੁਤ ਅੱਛਾ। ਦੂਜਾ ਜੀ ਬਲ ਹੋਆ ਬੰਧਨ ਛੁੱਟੇ ਸਭ ਕੁਛ ਹੋ ਤੋ ਪਾਏ, ਨਾਨਕ ਸਭ ਕੁਛ ਤੁਮਰੇ ਹੱਥ ਮੇਂ ਤੁਮ ਹੀ ਹੋ ਸਹਾਏ। ਇਹਦਾ ਕੀਤਾ ਜੀ ਟੁੱਟਣ ਬੰਧਨ ਉਹਨਾਂ ਦੇ ਜੋ ਬਲ ਲੈਂਦੇ ਧਾਰ, ਚਰਨ ਚੁੰਮਦੀ ਜਿੱਤਿਆ ਕਦੇ ਨਾ ਹੋਵੇ ਹਾਰ। ਕਦੇ ਨਾ ਹੋਵੇ ਹਾਰ ਮਨੋਵਲ ਜਿਨ੍ਹਾਂ ਦੇ ਉੱਚੇ, ਲੋਕ ਕਰਨ ਸਤਿਕਾਰ ਦਿਲੋਂ ਜੋ ਸੱਚੇ ਸੁੱਚੇ। ਕਹੇ ਕਵੀ ਨਿਰਦੋਸ਼ ਜ਼ੁਲਮ ਨੂੰ ਜੜ੍ਹਾਂ ਤੋਂ ਪੁੱਟਦੇ, ਸਦਾ ਸਲਾਮਤ ਰਹਿਣ ਨਹੀਂ ਜੋ ਅੰਦਰੋਂ ਟੁੱਟਦੇ। ਬਹੁਤ ਅੱਛਾ। ਤੇ ਦੂਜੇ ਮੈਂ ਇੱਕ ਗੁਰੂ ਸਾਹਿਬ ਜੀ ਦਾ ਜਿਹੜਾ ਸ਼ਬਦ ਹੈ, ਕਾਹੇ ਰੇ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸੰਵਾਹੀ। ਇਹਦੇ ਯਤਨ ਕੀਤਾ ਜੀ ਕਿ 9ਵੀਂ ਜੋਤ ਗੁਰੂ ਨਾਨਕ ਦੀ ਆਖਦੀ ਏ, ਕਾਹਨੂੰ ਤਨ ਤੇ ਕਸ਼ਟ ਉਠਾਉਂਦਾ ਏ। ਰੋਮ ਰੋਮ ਵਿੱਚ ਤੇਰੇ ਹੈ ਰਾਮ ਰਮਿਆ, ਜਿਹਨੂੰ ਜੰਗਲੀ ਜਾ ਕੇ ਭਾਲਦਾ ਏ। ਫੁੱਲਾਂ ਵਿੱਚ ਹੀ ਮਹਿਕ ਦਾ ਵਾਸ ਹੁੰਦਾ, ਇਹਨੂੰ ਦੇਖਣਾ ਨਹੀਂ ਇਹਨੂੰ ਮਾਨਣਾ ਏ। ਕਰਤਾ ਕਿਰਤ ਤੋਂ ਕਦੇ ਨਹੀਂ ਵੱਖ ਹੁੰਦਾ, ਕੇਵਲ ਇਸ ਰਹੱਸ ਨੂੰ ਜਾਣਨਾ ਹੈ। ਕਰਤਾ ਕਿਰਤ ਤੋਂ ਕਦੇ ਨਹੀਂ ਵੱਖ ਹੁੰਦਾ, ਕੇਵਲ ਇਸ ਰਹੱਸ ਨੂੰ ਜਾਣਨਾ ਹੈ। ਜਿਵੇਂ ਸ਼ੀਸ਼ੇ ਵਿੱਚ ਆਪਣਾ ਅਕਸ ਦਿਸਦਾ, ਫੜਿਆ ਜਾਏ ਨਾ ਸ਼ੀਸ਼ੇ ਨੂੰ ਤੋੜ ਕੇ ਜੀ। ਸਾਇੰਸ ਲੱਭਦੀ ਤੋੜ ਕੇ ਅਣੂ ਵਿੱਚੋਂ ਧਰਮ ਲੱਭਦਾ ਇਸ ਨੂੰ ਜੋੜ ਕੇ। ਵਾਹ 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 ਵਾਹ।
ਵਾਹ ਵੀ ਵਾਹ। ਜਿਵੇਂ ਸ਼ੀਸ਼ੇ ਵਿੱਚ ਆਪਣਾ ਅਕਸ ਦਿਸਦਾ ਫੜਿਆ ਜਾਏ ਨਾ ਸ਼ੀਸ਼ੇ ਨੂੰ ਤੋੜ ਕੇ ਜੀ, ਸਾਇੰਸ ਲੱਭਦੀ ਤੋੜ ਕੇ ਅਣੂ ਵਿੱਚੋਂ ਧਰਮ ਲੱਭਦਾ ਇਸ ਨੂੰ ਜੋੜ ਕੇ ਜੀ। ਵਾਹ ਜੀ ਵਾਹ, ਵਾਹ ਕਿਉਂ ਜੀ। ਬਾਹਰ ਤੂੰ ਉਸ ਨੂੰ ਭਾਲਦਾ ਏ ਜਿਹੜਾ ਵਸਦਾ ਤੇਰੇ ਹੀ ਦਿਲ ਅੰਦਰ, ਬਾਹਰ ਭਟਕਣਾ ਛੱਡ ਤੇ ਆ ਘਰ ਨੂੰ ਸੁਰਤ ਜੋੜ ਕੇ ਉਸ ਨੂੰ ਮਿਲ ਅੰਦਰ। ਬਾਣੀ ਵਿੱਚ ਜੋ ਗੁਰਾਂ ਗਿਆਨ ਦਿੱਤਾ ਤੈਨੂੰ ਉਸਨੇ ਹੀ ਨੂਰ ਨੂਰ ਕਰਨਾ, ਬਾਹਰੀ ਚੰਦ ਸਿਤਾਰਿਆਂ ਸੂਰਜਾਂ ਨੇ ਤੇਰਾ ਦਿਲੀ ਹੰਧੇਰਾ ਨਹੀਂ ਦੂਰ ਕਰਨਾ। ਵਾਹ ਵੀ ਵਾਹ, ਵਾਹ ਬਹੁਤ ਵੀ ਅੱਛਾ। ਬਹੁਤ ਬਾਣੀ ਵਿੱਚ ਜੋ ਗੁਰਾਂ ਗਿਆਨ ਦਿੱਤਾ ਤੈਨੂੰ ਉਸਨੇ ਹੀ ਨੂਰ ਨੂਰ ਕਰਨਾ, ਬਾਹਰੀ ਚੰਦ ਸਿਤਾਰਿਆਂ ਸੂਰਜਾਂ ਨੇ ਤੇਰਾ ਦਿਲੀ ਹੰਧੇਰਾ ਨਹੀਂ ਦੂਰ ਕਰਨਾ। ਜਦੋਂ ਆਪੇ ਦੀ ਆਪ ਪੜਚੋਲ ਕੀਤੀ ਤੈਨੂੰ ਸੱਚ ਦਾ ਉਦੋਂ ਗਿਆਨ ਹੋਣਾ। ਅਮਿਓ ਰਸ ਨਿਰਦੋਸ਼ ਜਦ ਚੱਖਿਆ ਤੂੰ, ਰਸਨਾ ਤੇਰੀ ਤੋਂ ਨਹੀਂ ਬਿਆਨ ਹੋਣਾ। ਅਮਿਓ ਰਸ ਨਿਰਦੋਸ਼ ਜਦ ਚੱਖਿਆ ਤੂੰ, ਰਸਨਾ ਤੇਰੀ ਤੋਂ ਨਹੀਂ ਬਿਆਨ ਹੋਣਾ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਜੀ ਫਤਿਹ। ਤੁਹਾਡਾ ਧੰਨਵਾਦ ਬਹੁਤ ਵੀਰ ਜੀ। ਇਹ ਕਿਸੇ ਕਵੀ ਕੋਲ ਕਲਾ ਹੁੰਦੀ ਆ ਕਿ ਜਿਹੜਾ ਗੁਰਬਾਣੀ ਦੇ ਅਰਥਾਂ ਨੂੰ ਕਵਿਤਾ ਦੇ ਵਿੱਚ ਪਰੋ ਕੇ ਲਿਖਣਾ। ਤੇ ਬਹੁਤ ਸਾਰੇ ਜਿਹੜੇ ਆ ਗੁਰਬਾਣੀ ਦੇ ਟੀਕੇ ਲਿਖੇ ਆ ਵਿਦਵਾਨਾਂ ਨੇ, ਆਪਾਂ ਪੜ੍ਹਦੇ ਰਹਿੰਦੇ ਆ। ਤੇ ਪਰ ਇਹ ਦੋਨੋਂ ਪਾਸੇ ਇਹ ਵੀਰ ਜੀ ਗੁਰਬਾਣੀ ਦੇ ਵੀ ਪੂਰੇ ਰਸੀਏ ਤੇ ਕਵਿਤਾ ਦੇ ਵੀ ਮਾਹਰ ਆ। ਬਹੁਤ ਵਧੀਆ, ਥੋੜੇ ਸ਼ਬਦਾਂ 'ਚ ਬਹੁਤ ਕੁਝ ਪਰੋਇਆ ਜੀ ਇਹਨਾਂ ਨੇ। ਬਿਲਕੁਲ, ਇਹਨਾਂ ਨੂੰ ਛੰਦਾਂ ਦਾ ਵੀ ਪੂਰਾ ਗਿਆਨ ਆ ਤੇ ਉਸਤਾਦ ਸ਼ਾਇਰ ਆ। ਇੰਨੀਆਂ ਪੁਸਤਕਾਂ ਇਹਨਾਂ ਦੀਆਂ ਛਪ ਚੁੱਕੀਆਂ। ਸੋ ਇਹਨਾਂ ਨੇ ਆਪਣੀ ਜਿਹੜੀ ਸਿਹਤ ਠੀਕ ਨਾ ਹੋਣ ਦੇ ਬਾਵਜੂਦ ਸਾਡੀ ਬੇਨਤੀ ਪ੍ਰਵਾਨ ਕਰਕੇ ਸਾਡੇ ਨਾਲ ਸਾਂਝ ਪਾਈ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਜੀ। ਵਾਹਿਗੁਰੂ ਤੁਹਾਨੂੰ ਤੰਦਰੁਸਤੀ ਤੇ ਹੋਰ ਚੜ੍ਹਦੀ ਕਲਾ ਬਖਸ਼ੇ। ਅਜੇ ਤੁਹਾਡੇ ਕੋਲੋਂ ਅਸੀਂ ਬਹੁਤ ਕੁਝ ਸੁਣਨਾ, ਹੋਰ ਅਗਲੇ ਆਉਣ ਵਾਲੇ ਕਵੀ ਦਰਬਾਰਾਂ 'ਚ ਵੀ ਸੁਣਾਂਗੇ ਜੀ। ਹੁਣ ਮੈਂ ਇਸ ਤੋਂ ਬਾਅਦ ਸੱਦਾ ਦਿੰਦੀ ਹਾਂ ਜੀ, ਆਪਾਂ USA ਚੱਲਦੇ ਹਾਂ। ਤੇ ਸਾਡੇ ਬਹੁਤ ਹੀ ਸਤਿਕਾਰਯੋਗ ਭੈਣ ਜੀ ਬੀਬੀ ਜੀ ਸੁਰਜੀਤ ਕੌਰ ਜੀ ਸੈਕਰਾਮੈਂਟੋ ਤੋਂ ਸਾਡੇ ਨਾਲ ਜੁੜੇ ਆ। ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਆ ਤੇ ਇਹਨਾਂ ਦੇ ਬਾਰੇ ਵਿੱਚ ਜਿਹੜੀ ਇੱਕ ਵਿਲੱਖਣ ਗੱਲ ਆ ਕਿ ਇਹ ਦੁਨੀਆ ਦੀ ਪਹਿਲੀ ਔਰਤ ਹੈੱਡ ਗ੍ਰੰਥੀ ਹੋਏ ਆ। ਤੇ ਕਿਸੇ ਵੀ ਔਰਤ ਨੂੰ ਹੋਰ ਇਹ ਮਾਣ ਪ੍ਰਾਪਤ ਨਹੀਂ ਹੋਇਆ ਜਿਹੜਾ ਇਹਨਾਂ ਨੂੰ ਭੈਣ ਜੀ ਨੂੰ ਪ੍ਰਾਪਤ ਆ। ਤੇ ਆਪਣੇ ਸੈਕਰਾਮੈਂਟੋ ਦੇ ਗੁਰਦੁਆਰੇ ਦਾ ਨਾਮ ਤਾਂ ਮੈਨੂੰ ਭੁੱਲ ਗਿਆ, ਭੈਣ ਜੀ ਦੱਸ ਦੇਣਗੇ। ਜਿਸ ਗੁਰੂ ਘਰ 'ਚ ਹੈੱਡ ਗ੍ਰੰਥੀ ਦੀ ਸੇਵਾ ਇਹਨਾਂ ਨੇ ਨਿਭਾਈ ਆ ਬਹੁਤ ਸਾਲ। ਤੇ ਇਹਨਾਂ ਕੋਲ ਕਲਮ ਦੀ ਦਾਤ ਵੀ ਆ ਤੇ ਇਹ ਕਵਿਤਾ ਦੇ ਨਾਲ ਵੀ ਜੁੜੇ ਹੋਏ ਆ। ਤੇ ਗੁਰੂ ਘਰ ਦੇ ਵਿੱਚ ਇਹਨਾਂ ਦਾ ਬਚਪਨ ਜਿਹੜਾ ਸੀ ਪ੍ਰਵਾਨ ਚੜਿਆ ਤੇ ਗੁਰੂ ਘਰ ਦੇ ਗ੍ਰੰਥੀ ਤੇ ਕੀਰਤਨੀਏ ਦੀ ਬੇਟੀ ਹੋਣ ਦਾ ਇਹਨਾਂ ਨੂੰ ਮਾਣ ਪ੍ਰਾਪਤ ਆ। ਤੇ ਇਹਨਾਂ ਨੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਕੀਰਤਨ ਦੀ ਸੇਵਾ ਵੀ ਕੀਤੀ ਆ। ਇੰਗਲੈਂਡ ਦੇ ਵਿੱਚ, ਅਮਰੀਕਾ ਦੇ ਵਿੱਚ, ਸੈਕਰਾਮੈਂਟੋ ਦੇ ਵਿੱਚ। ਤੇ ਸੈਕਰਾਮੈਂਟੋ 'ਚ ਹੀ ਹੈੱਡ ਗ੍ਰੰਥੀ ਰਹੇ ਆ ਗੁਰੂ ਘਰ ਦੇ ਵਿੱਚ। ਤੇ ਇਹਨਾਂ ਨੂੰ 50ਵੇਂ ਸਥਾਪਨਾ ਦਿਵਸ ਤੇ ਗੁਰੂ ਘਰ ਵਾਲਿਆਂ ਨੇ ਹਰਮੰਦਰ ਸਾਹਿਬ ਦੇ ਜਿਹੜੇ ਆ ਹੈੱਡ ਆਪਣੇ ਜਿਹੜੇ ਆ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਵੱਲੋਂ ਇਹਨਾਂ ਨੂੰ ਸਨਮਾਨ ਵੀ ਦਿੱਤਾ ਗਿਆ। ਸੋ ਇਹਨਾਂ ਦੀ ਇੱਕ ਪੁਸਤਕ ਜਿਹੜੀ ਕਵਿਤਾਵਾਂ ਦੀ ਆ ਚੁੱਕੀ ਆ। ਹੋਰ ਬਹੁਤ ਸਾਰੀਆਂ ਰਚਨਾਵਾਂ ਇਹਨਾਂ ਦੇ ਕੋਲ ਜੀ ਅਣਛਪੀਆਂ ਪਈਆਂ। ਤੇ ਜਿਹੜੇ USA ਦੇ ਅਖਬਾਰਾਂ ਦੇ ਵਿੱਚ ਵੀ ਇਹ ਕਾਲਮ ਲਿਖਦੇ ਰਹਿੰਦੇ ਆ, ਧਾਰਮਿਕ ਆਪਣੇ ਲੇਖ ਇਹਨਾਂ ਦੇ ਬਹੁਤ ਸਾਰੇ ਛਪਦੇ ਰਹਿੰਦੇ ਆ। ਇਹਨਾਂ ਦੀ ਪੁਸਤਕ ਪੰਜਾਬਾਂ ਦੀ ਜਾਈ ਇੱਕ ਛਪ ਚੁੱਕੀ ਆ ਕਵਿਤਾ ਦੀ। ਸੋ ਮੈਂ ਇਹਨਾਂ ਨੂੰ ਬੇਨਤੀ ਕਰਦੀ ਹਾਂ, ਬਹੁਤ ਹੀ ਗੁਰੂ ਘਰ ਦੇ ਗੁਰਬਾਣੀ ਦੇ ਵਿੱਚ ਭਿੱਜ ਕੇ ਸਾਨੂੰ ਇਹ ਕਵਿਤਾ ਵੀ ਲਿਖਦੇ ਆ ਤੇ ਇਹਨਾਂ ਦੇ ਅੰਦਰੋਂ ਜਿਹੜੀ ਆ ਉਹੀ ਝਲਕ ਮਿਲਦੀ ਹੁੰਦੀ ਆ। ਤੇ ਇਹਨਾਂ ਦੀ ਜਿਸ ਤਰ੍ਹਾਂ ਦੀ ਦੇਖਾ ਉਸੇ ਤਰ੍ਹਾਂ ਦੀ ਪਿਆਰੇ ਭੈਣ ਜੀ ਆ। ਤੇ ਤੁਸੀਂ ਆਪਣੀ ਕਿਸੇ ਰਚਨਾ ਦੇ ਨਾਲ ਸਾਂਝ ਪਾਓ ਜੀ। ਬੀਬੀ ਸੁਰਜੀਤ ਕੌਰ ਜੀ ਸੈਕਰਾਮੈਂਟੋ। ਬਹੁਤ ਹੀ ਅਦਭੁਤ ਸਤਿਕਾਰਯੋਗ। ਮੇਰੀ ਆਵਾਜ਼ ਆ ਰਹੀ ਜੀ? ਬਹੁਤ ਵਧੀਆ। ਕੈਨੇਡਾ ਕੈਲਗਰੀ ਦੀਆਂ ਸੰਗਤਾਂ ਅਤੇ ਪੂਰੀ ਦੁਨੀਆ 'ਚ ਜੁੜ ਬੈਠੀਆਂ ਸੰਗਤਾਂ ਜੋ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾ ਰਹੀਆਂ ਨੇ। ਵਾਹ ਜੀ ਵਾਹ। ਉਹਨਾਂ ਸਮੁੱਚੀਆਂ ਸੰਗਤਾਂ ਨੂੰ ਔਰ ਸਮੁੱਚੀ ਮਾਨਵਤਾ ਨੂੰ ਮੈਂ ਜਿੱਥੇ ਇਸ ਸੁੰਦਰ ਦਿਹਾੜੇ ਦੀ ਵਧਾਈ ਦਿੰਦੀ ਹਾਂ, ਉੱਥੇ ਆਓ ਫਤਿਹ ਦੀ ਸਾਂਝ ਪਾਈਏ। ਮੇਰੇ ਨਾਲ ਜੁੜੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ,
ਧਾਏ। ਵਾਹ ਜੀ ਗੁਰਬਾਣੀ ਇਹ ਵੀ ਕਹਿੰਦੀ ਹੈ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ। ਵਾਹ ਜੀ ਵਾਹ। ਗੁਰਬਾਣੀ ਇਹ ਵੀ ਕਹਿੰਦੀ ਹੈ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣਾਈ। ਜੀ ਗੁਰਬਾਣੀ ਇਹ ਵੀ ਕਹਿੰਦੀ ਹੈ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਏ। ਹਰ ਨਾਮੈ ਕੇ ਹੋਵੋ ਜੋੜੀ ਗੁਰਮੁਖ ਬੈਸੋ ਸਫਾ ਵਿਛਾਏ। ਵਾਹ ਜੀ ਵਾਹ। ਸੋ ਮੈਂ ਸ਼ੁਕਰਾਨੇ ਕਰਦੀ ਹਾਂ ਸੰਗਤਾਂ ਦੇ, ਕੈਲਗਰੀ ਦੀਆਂ ਸਮੁੱਚੀਆਂ ਸੰਗਤਾਂ, ਭੈਣ ਜੀ ਬੀਬੀ ਗੁਰਦੀਸ਼ ਕੌਰ ਜੀ ਗਰੇਵਾਲ, ਤੁਹਾਡੇ ਹੁਕਮ ਦੇ ਮੁਤਾਬਕ ਗੁਰਾਂ ਦੀ ਮਿਹਰ ਦੇ ਸਦਕਾ ਮੈਂ ਤੁਹਾਡੇ ਚ ਹਾਜ਼ਰ ਹਾਂ। ਕੁਝ ਕਹਿਣ ਦੀ ਕੋਸ਼ਿਸ਼ ਕਰ ਰਹੀ ਹਾਂ, ਪ੍ਰਵਾਨ ਕਰਨਾ। ਜੀ ਵਾਹ ਜੀ ਵਾਹ। ਮੈਨੂੰ ਇੰਨਾ ਕੁਝ ਨਹੀਂ ਕਹਿਣਾ ਹੁੰਦਾ, ਜੋ ਕਿਹਾ ਜਾਂਦਾ ਹੈ ਉਹ ਗੁਰੂ ਦੇ ਹੁਕਮ ਚ ਕਿਹਾ ਜਾਂਦਾ ਹੈ। ਮੈਨੂੰ ਨਹੀਂ ਪਤਾ ਮੈਂ ਕਦੋਂ ਕੀ ਕਹਿਣੀ ਆ, ਇਹ ਸਭ ਮੇਰੇ ਸਤਿਗੁਰੂ ਦੀ ਮਿਹਰ ਹੈ। ਮੈਂ ਆਪਣੇ ਨਿਯਮ ਦੇ ਮੁਤਾਬਕ, ਜਿਵੇਂ ਭੈਣ ਜੀ ਕਹਿ ਰਹੇ ਸੀ ਕੁਝ ਦੱਸਾਂ। ਮੈਂ ਮੇਰੇ ਪਿਤਾ ਜੀ ਭਾਈ ਸਾਹਿਬ ਭਾਈ ਦਰਗਾਹ ਸਿੰਘ ਜੀ ਤੇ ਮਾਤਾ ਵੀਰ ਕੌਰ ਜੀ ਦੇ ਘਰ ਮੇਰਾ ਜਨਮ ਹੋਇਆ। ਇੱਕੋ ਇੱਕ ਔਲਾਦ ਮੈਂ, ਔਰ ਮੇਰੇ ਪਿਤਾ ਜੀ ਗੁਰੂ ਘਰ ਦੇ 50 ਸਾਲ ਗ੍ਰੰਥੀ ਅਤੇ ਕੀਰਤਨੀਏ ਰਹੇ। ਮੇਰਾ ਜਨਮ ਵੀ ਪਰਵਰਿਸ਼ ਵੀ ਗੁਰੂ ਘਰ ਚ ਹੋਈ। ਵਾਹ ਜੀ। ਗੁਰਬਾਣੀ ਦੀ ਮਿਹਰ ਦਾ, ਸ਼ਬਦ ਗੁਰੂ ਦੀ ਬਖਸ਼ਿਸ਼ ਦਾ ਹੱਥ ਮੇਰੇ ਸਿਰ ਤੇ ਹੈ। ਸਦੀਵ ਬਾਹ ਫੜੀ ਰੱਖੀ ਹੈ ਔਰ ਨਿਭਾ ਰਹੀ ਹਾਂ। ਸਤਿਗੁਰੂ ਦੀ ਮਿਹਰ ਦੇ ਸਦਕਾ ਉਹਨਾਂ ਨੇ ਮੇਰੀ ਬਾਹ ਕਦੀ ਛੱਡੀ ਨਹੀਂ, ਕਿਉਂਕਿ ਬਾਹੇ ਜਨਾਂ ਦੀ ਪਕੜੀ ਹੈ ਸਿਰ ਦੀ ਜੈ ਬਾਹੇ ਨਾ ਛੋੜੀਆ। ਜੀ ਅਲੱਗ-ਅਲੱਗ ਮੁਲਕਾਂ 'ਚ ਕੀਰਤਨ ਸੇਵਾ ਨਿਭਾਉਣ ਦਾ ਸਮਾਂ ਮਿਲਿਆ। ਬੀਬੀ ਜੀ ਮੈਂ ਕਰੈਕਸ਼ਨ ਕਰਾਂਗੀ, ਸੈਕਰਾਮੈਂਟੋ ਨੇ ਗੁਰਦੁਆਰਾ ਸਾਹਿਬ ਐਲ ਸਬਰਾਂਟੇ ਬੇਰੀਆ, ਉਹ ਵੀ ਮੈਨੂੰ ਯਾਦ ਗੁਰੂ ਘਰ ਦਾ ਨਾਮ। ਉੱਥੇ ਹਾਂਜੀ ਜਦ ਅਸੀਂ ਕੀਰਤਨ ਦੇ ਲਈ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਕੈਲੀਫੋਰਨੀਆ ਤੋਂ ਸਦਾ ਪੱਤਰ ਗਿਆ ਤਾਂ ਵਾਪਸ ਜਾਣ ਦਾ ਸਮਾਂ ਸੀ। ਗੁਰਦੁਆਰਾ ਸਾਹਿਬ ਐਲ ਸਬਰਾਂਟੇ ਦੀਆਂ ਸੰਗਤਾਂ ਤੇ ਮੈਨੇਜਮੈਂਟ ਵੱਲੋਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਖਸ਼ਿਸ਼ ਸਦਕਾ ਮੈਨੂੰ ਗ੍ਰੰਥੀ ਦੀ ਹੈਡ ਗ੍ਰੰਥੀ ਦੀ ਸੇਵਾ ਤੇ ਕੀਰਤਨ ਦੀ ਸੇਵਾ ਸੌਂਪੀ ਗਈ ਜੀ, ਜਿਹੜੀ ਫਿਰ ਅਲੱਗ-ਅਲੱਗ ਗੁਰੂ ਘਰਾਂ 'ਚ ਵੀ ਨਿਭਾਈ। ਬਾਕੀ ਜੋ ਵੀ ਹੈ ਤੁਹਾਡੇ ਸਾਹਮਣੇ ਹੈ। ਮੈਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਨਮਸਕਾਰ ਦੇ ਤੌਰ ਤੇ 4 ਲਾਈਨਾਂ ਕਹਿ ਕੇ ਅੱਗੇ ਕੁਝ ਕਹਿੰਦੀਆਂ ਜੀ। ਕਵੀ ਜਨ ਵੀਰਾਂ ਨੂੰ, ਸੰਗਤਾਂ ਨੂੰ ਅਤੇ ਭੈਣਾਂ ਨੂੰ ਬੇਨਤੀ ਹੈ ਉਹ ਖਿਆਲ ਦੇਣ ਮੇਰੇ ਨਾਲ ਤੁਰ ਜੀ। ਗੁਰੂ ਨਾਨਕ ਪਿਤਾ ਜੀ, ਮੈਂ ਜੋ ਵੀ ਹੁਣ ਤੱਕ ਪਾਇਆ ਹੈ, ਵਾਹ, ਮੈਂ ਜੋ ਵੀ ਹੁਣ ਤੱਕ ਪਾਇਆ ਹੈ, ਵਾਹ, ਤੇਰੇ ਹੀ ਦਰ ਤੋਂ ਪਾਇਆ। ਵਾਹ ਵਾਹ ਵਾਹ। ਮੈਂ ਜੋ ਵੀ ਹੁਣ ਤੱਕ ਪਾਇਆ ਹੈ, ਵਾਹ, ਤੇਰੇ ਹੀ ਦਰ ਤੋਂ ਪਾਇਆ ਹੈ। ਮੈਂ ਬੇਨਤੀ ਕਰਾਂਗੀ, ਆਵਾਜ਼ਾਂ ਬਹੁਤ ਸਾਰੀਆਂ ਆ ਰਹੀਆਂ ਨੇ, ਜੇ ਆਪਣੇ ਆਪਣੀ ਜਗ੍ਹਾ ਤੇ ਥੋੜਾ ਜਿਹਾ ਸਾਵਧਾਨੀ ਵਰਤੀਏ ਤਾਂ ਮਿਹਰਬਾਨੀ ਹੋਈ ਵੀਰ ਜੀ ਸਾਰਿਆਂ ਨੂੰ। ਮੈਂ ਜੋ ਵੀ ਹੁਣ ਤੱਕ ਪਾਇਆ ਹੈ, ਤੇਰੇ ਹੀ ਦਰ ਤੋਂ ਪਾਇਆ ਹੈ। ਵਾਹ ਵੀ ਵਾਹ। ਮੈਂ ਜੋ ਵੀ ਨਗਮਾ ਗਾਇਆ ਹੈ, ਮੈਂ ਜੋ ਵੀ ਨਗਮਾ ਗਾਇਆ ਹੈ, ਤੇਰੇ ਹੀ ਪਿਆਰ ਚ ਗਾਇਆ ਹੈ। ਮੈਂ ਜੋ ਵੀ ਹੁਣ ਤੱਕ ਪਾਇਆ ਹੈ, ਕਾਬਲੇ ਗੌਰ ਹੈ ਜੀ। ਜੀ ਤੇਰੀ ਰਹਿਮਤ ਦਾ ਹੱਥ ਸਿਰ ਤੇ ਹੈ, ਤਾਈਓ ਤਾਂ ਮੈਂ ਸੁਰਜੀਤ ਹੋਈ।
तेरी रहमत दा हाथ सिर ते है, ताइयों ता मैं सुरजीत होई। बस ये हो मेरी दौलत है, बस ये हो मेरी दौलत है, ये हो मेरा सरमाया है, बस ये हो मेरी दौलत है, ये हो मेरा सरमाया है। मैं जो भी हुण तक पाया है तेरे ही दर तो पाया है, मैं जो भी हुण तक पाया है। मेहरबानी जी, बहुत मेहरबानी आप जी वालों, बहुत सत्कार दाद दे रूप च आ रहा है। मेरे नालों सारे ही बड़े सियाने ने, पर मैं हाउ आपो बोल ना जानदा, मैं कहा सब हुक्म आओ जी हो। नज़म शुरू कर रही हैं। सत्कारयोग शायर वीर ਅਤੇ ਭੈਣਾਂ ਨੂੰ, ਸੰਗਤ ਨੂੰ ਬੇਨਤੀ ਹੈ, ਜਿੱਥੇ ਵੀ ਕੋਈ ਚੰਗਾ ਲੱਗੇ ਨਜ਼ਮ ਦਾ, ਸਤਿਗੁਰਾਂ ਦਾ ਸਤਿਕਾਰ जी। आओ दिल्ली चांदनी चौक चलिए जी। सत्कारयोग बड़े सुझे हुए वीर ने ते भैणा ने हाजरी भरी है। अमृत वेले सुबह सवेरे दिल्ली दा दिल डोल रहा सी। अमृत वेले सुबह सवेरे दिल्ली दा दिल डोल रहा सी। हर एक बंदा डरदा पिया सी, हौली हौली बोल रहा सी जी। बंद आवाज सी, नाल इशारे आपस विच कुछ दसदे पए सी। बंद आवाज सी, नाल इशारे आपस विच कुछ दसदे पए सी। तन मन सब दे कंबदे पए सी, नैन क्षमा छम वसदे पए सी जी। दिश भैन जी, कोई आखे ओह गुरु है, कोई कहंदा पुरुष महान है उसनो, बाणी उसदी मिठड़ी मिठड़ी, कोई आखे भगवान है उसनो। वाह जी वाह। मेहरबानी जी, कोई आखे ओ गुरु है, कोई कहंदा पुरुष महान है उसनो, बाणी उसदी मिठड़ी मिठड़ी, कोई कहंदा भगवान है उसनो। बड़ा तपस्वी महादानी है, नाम है उसदा तेग बहादुर जी। बड़ा तपस्वी महादानी है, नाम है उसदा तेग बहादुर। मजलूमा नू गल ना लावे, दीन दुखी दा करदा आदर। सुनिया आनंदपुर तो चल के वापस करन अमानत आया जी। मेरे वीर नो ख्याल देना, बहुत काबिले गौर प्यारियां लाइना ने। नूर साहब ते जेड़े मेरे सत्कारयोग वड्डे वीर हुणे बोल के गए सन, निर्दोष साहब, मैं बेनती करांगी जरा ख्याल देन। सुनिए आनंदपुर तो चल के वापस करन अमानत आया जी। सुनिए आनंदपुर तो चल के वापस करन अमानत आया। तिलक जंजू दी राखी दे लई सिर दी देन जमानत आया। वाह जी वाह, क्या बात। तिलक जंजू दी, मेहरबानी जी, तिलक जंजू दी राखी दे लई सिर दी देन जमानत आया। जालम दुष्ट औरंगा पापी सब दे जंजू लाई जावे,
ਜਿਹੜਾ ਨਾ ਇਸਲਾਮ ਕਬੂਲੇ ਉਸ ਨੂੰ ਮਾਰ ਮੁਕਾਈ ਜਾਵੇ। ਸਾਰੇ ਭਾਰਤ ਵਰਸ਼ ਦੇ ਅੰਦਰ ਮੱਚੀ ਹਾਹਾਕਾਰ ਪਈ ਹੈ ਜੀ। ਸਾਰੇ ਭਾਰਤ ਵਰਸ਼ ਦੇ ਅੰਦਰ ਮੱਚੀ ਹਾਹਾਕਾਰ ਪਈ ਏ। ਹਰ ਹਿੰਦੂ ਦੇ ਸਿਰ ਦੇ ਉੱਤੇ ਰੱਖੀ ਉਸ ਤਲਵਾਰ ਪਈ ਏ। ਚਲੋ ਚਾਂਦਨੀ ਚੌਂਕ 'ਚ ਚੱਲੀਏ, ਕਰ ਲਈਏ ਦੀਦਾਰ ਉਸ ਦਾ। ਵਾਹ ਵਾਹ ਚਲੋ 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 ਚਾਂਦਨੀ ਚੌਂਕ 'ਚ ਚੱਲੀਏ, ਕਰ ਲਈਏ ਦੀਦਾਰ ਉਸ ਦਾ। ਦੂਰੋਂ ਹੀ ਸਹੀ ਸੀਸ ਨਿਵਾ ਕੇ ਕਰ ਲਈਏ ਸਤਕਾਰ ਉਸ ਦਾ। ਚਲੋ ਚਾਂਦਨੀ ਚੌਂਕ 'ਚ ਚੱਲੀਏ, ਕਰ ਲਈਏ ਦੀਦਾਰ ਉਸ ਦਾ। ਦੂਰੋਂ ਹੀ ਸਹੀ ਸੀਸ ਨਿਵਾ ਕੇ ਕਰ ਲਈਏ ਸਤਕਾਰ ਉਸ ਦਾ। ਵਾਹੋ ਦਾਹੀ ਖਲਕਤ ਤੁਰਦੀ ਚੌਂਕ ਚਾਂਦਨੀ ਆਈ ਜਾਵੇ। ਪਿੰਜਰੇ ਦੇ ਵਿੱਚ ਜੋਤ ਲਾਹੀ ਮੰਦ ਮੰਦ ਮੁਸਕਾਈ ਜਾਵੇ। ਹਾਂਜੀ ਵਾਹ। ਬੀਬੀ ਜੀ ਖਿਆਲ ਦੇਣਾ, ਪਿੰਜਰੇ ਕੋਲ ਔਰੰਗਜ਼ੇਬ ਦੇ ਕਾਜੀ ਮੁੱਲਾ ਆਣ ਖੜੇ ਸੀ ਮੌਤ ਦੀ ਸਜ਼ਾ ਸੁਣਾਵਣ ਦੇ ਲਈ। ਹੱਥਾਂ ਵਿੱਚ ਫੁਰਮਾਨ ਫੜੇ ਸੀ। ਬੋਲਿਆ ਕਾਜੀ ਤੇਗ ਬਹਾਦਰ ਜ਼ਿੱਦ ਛੱਡ, ਮੁਸਲਮਾਨ ਤੂੰ ਬਣ ਜਾ, ਕਲਮਾ ਪੜ ਤੇ ਜਾਨ ਬਚਾ ਲੈ, ਕਾਫਰ ਤੋਂ ਇਨਸਾਨ ਤੂੰ ਬਣ ਜਾ। ਜੀ ਕਿਹਾ ਸਤਿਗੁਰਾਂ ਸੁਣ ਐ ਕਾਜੀ, ਮੌਤ ਦੇ ਤਾਈ ਵਿਆਹਣ ਆਇਆ। ਤੂੰ ਦੋਹਾਂ ਤੂੰ ਇੱਕ ਚਾਹੁੰਨਾ, ਮੈਂ ਤੀਜਾ ਧਰਮ ਚਲਾਵਣ ਆਇਆ। ਮਤੀ ਦਾਸ ਨੂੰ ਪਕੜ ਜਲਾਦਾ, ਆਰੇ ਨਾਲ ਦੋ ਫਾੜ ਸੀ ਕੀਤਾ। ਸਤੀ ਦਾਸ ਨੂੰ ਰੂਹ ਵਿੱਚ ਬੰਨ ਕੇ ਜ਼ਾਲਮ ਦੁਸ਼ਟਾ ਸਾੜ ਸੀ ਦਿੱਤਾ। ਭਾਈ ਦਿਆਲਾ ਦੇਗ ਚ ਪਾ ਕੇ ਮੁਗਲ ਹਕੂਮਤ ਰਿੰਨਦੀ ਪਈ ਸੀ। ਕਸਰ ਕੋਈ ਨਾ ਬਾਕੀ ਰਹਿ ਜਾਏ, ਪੀੜਾ ਦੇ ਨਾਲ ਵਿੰਨਦੀ ਪਈ ਸੀ। ਤਿੰਨੇ ਸਿੱਖ ਸ਼ਹੀਦੀ ਪਾ ਗਏ, ਸਤਿਗੁਰ ਜੀ ਦੀ ਵਾਗੀ ਵਾਰੀ। ਭੋਗ ਪਿਆ ਜਪ ਜੀ ਦਾ ਜਦ ਸੀ, ਆ ਜਲਾਦ ਨੇ ਤੇਗ ਉਮਾਰੀ। ਤਿਲਕ ਜੰਜੂ ਰਾਖਾ ਪ੍ਰਭ ਤਾਂਕਾ, तीनों बड़ो कलू में साका। साधन हेत इति जिन करी, शीस दिया पर सी ना उचरी। धर्म हेत साका सोनिहाल तिन्ने मेहरबानी जी, बहुत बहुत शुक्राने। तिन्ने सिख शहीदी पा गए, सतगुर जी दी आ गई वारी। भोग पया जप जी दा जद सी, आ जलाद ने तेग उभारी। तिलक जंजू राखा प्रभ तांका, कीनो बडो कलू में साका। साधन हेत इति जिन करी, शीस दिया पर सी ना उचरी। धर्म हेत साका जिन किया, शीस दिया पर सिर ना दिया। नाटक चेतक किए को काजा, प्रभ लोगन कह आवत लाजा। ठीकर फोर दलीस सिर, प्रभ पुर किया प्यान। तेग बहादुर सी क्रिया, करी ना किन्हू आन। तेग बहादुर के चलत, भयो जगत को शोक। है सब जग भयो, जय जय जय। सुरलोक धड़ तो शीस जदू वक होया। मेरे वीरो ते भैणो ख्याल देना, दो लाइना। धड़ तो शीस जदों वख होया, धरत रोई आसमान भी रोया। मार दो हथड़ा आयतां पिटियां, तक के जुल्म कुरान भी रोया। शर्म धर्म दोवें ही रोए, रोया दीन ईमान भी रोया। खीर समुंदर दे विच बैठा, यार यार भगवान भी रोया। शीस आनंदपुर धड़ दिल्ली विच, दो थां ते संस्कार सी होया। लखी शाह वणजारा ते भाई जाते दा सत्कार सी होया। डुबदियां ताई बचावन वाला, सतगुर तेग बहादुर बनया। शीस वार के
ਧਰਮ ਬਚਾ ਕੇ ਸਤਗੁਰ ਹਿੰਦ ਦੀ ਚਾਦਰ ਬਣਿਆ। ਆਖੀਰੀ ਲਾਈਨਾਂ ਜੀ, ਦੋਏ ਕਰ ਜੋੜ ਕਰਾਂ ਅਰਦਾਸਾਂ, ਨਜ਼ਰ ਮਿਹਰ ਦੀ ਸਤਗੁਰ ਪਾ ਦੇ। ਦੋਏ ਕਰ ਜੋੜ ਕਰਾਂ ਅਰਦਾਸਾਂ, ਨਜ਼ਰ ਮਿਹਰ ਦੀ ਸਤਗੁਰ ਪਾ ਦੇ। ਕਈ ਜਨਮਾਂ ਤੋਂ ਪਈ ਉਡੀਕਾਂ, ਹੁਣ ਮੈਨੂੰ ਸੁਰਜੀਤ ਬਣਾ ਦੇ। ਕਈ ਜਨਮਾਂ ਤੋਂ ਪਈ ਉਡੀਕਾਂ, ਹੁਣ ਮੈਨੂੰ ਸੁਰਜੀਤ ਬਣਾ ਦੇ। ਹੁਣ ਮੈਨੂੰ ਸੁਰਜੀਤ ਬਣਾ ਦੇ। ਗੁਰੂ ਪਿਆਰਿਓ, ਮੈਨੂੰ ਬਹੁਤ ਹੀ ਵਧੀਆ, ਬਹੁਤ ਹੀ ਵਧੀਆ। ਆਪਣੇ ਵਿੱਚ ਸ਼ਾਮਲ ਕਰਨ ਲਈ, ਆਪਣੇ ਨਾਲ ਸਤਿਗੁਰਾਂ ਨੂੰ ਬੈਠ ਕੇ ਸੀਸ ਝੁਕਾਉਣ ਲਈ, ਉਹਨਾਂ ਦੀ ਸਿਫਤ ਸਲਾਹ ਕਰਨ ਲਈ, ਉਹਨਾਂ ਦੇ ਗੁਣ ਗਾਉਣ ਲਈ ਆਵਾਜ਼ ਦਿੱਤੀ ਹੈ। ਮੈਂ ਤੁਹਾਡੀ ਸਾਰਿਆਂ ਦੀ ਸ਼ੁਕਰਗੁਜ਼ਾਰ ਹਾਂ, ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦੀ ਹਾਂ। ਆਓ ਇੱਕ ਅਰਦਾਸ ਕਰੀਏ। ਅੱਜ ਸੰਸਾਰ ਦੇ ਉੱਤੇ ਬੜਾ ਭਾਰੀ ਸੰਕਟ ਹੈ, ਬੜਾ ਭਾਰੀ ਮਹਾਮਾਰੀ ਦਾ ਕਾਲ ਚੱਲ ਰਿਹਾ ਹੈ। ਅਕਾਲ ਪੁਰਖ ਪਿਤਾ ਸਮੁੱਚੀ ਮਾਨਵਤਾ ਦੀ ਰੱਖਿਆ ਕਰ, ਰੱਖਿਆ ਕਰ। ਅਸੀਂ ਤੇਰੇ ਹਾਂ, ਅਸੀਂ ਤੇਰੇ ਹਾਂ। ਦੋਏ ਕਰ ਜੋੜ ਕਰੋ ਅਰਦਾਸ, ਪ੍ਰਭ ਭਾਵੈ ਤਾਂ ਆਣੇ ਰਾਸ। ਸੁਣੀ ਅਰਦਾਸ ਸੁਆਮੀ ਮੇਰਾ, ਸਰਬ ਕਲਾ ਬਣਾਈ। ਪ੍ਰਗਟ ਭਈ ਸਗਲੇ ਜੁਗੰਤਰ, ਗੁਰੂ ਨਾਨਕ ਕੀ ਵਡਿਆਈ। ਅਸੀਂ ਤੇਰੇ ਦਰ ਡਿੱਗੇ ਆ, ਹਮ ਕੂਕਰ ਤੇਰੇ ਦਰਬਾਰ। ਭੌਂਕੇ ਆਗੇ ਬਦਨ ਪਸਾਰ। ਆਓ ਸਾਡੀ ਰੱਖਿਆ ਕਰੋ। ਫਿਰ ਤੁਹਾਡੇ ਸ਼ੁਕਰਾਨੇ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਅੱਛੇ ਜੀ, ਵਾਹ ਜੀ ਵਾਹ। ਸੋ ਨਿਹਾਲ। ਬਹੁਤ ਬਹੁਤ ਧੰਨਵਾਦ ਭੈਣ ਜੀ। ਬਹੁਤ ਅਪਾਰ ਬਖਸ਼ਿਸ਼ ਤੁਹਾਡੇ ਤੇ ਗੁਰੂ ਮਹਾਰਾਜ ਦੀ। ਇਸੇ ਤਰ੍ਹਾਂ ਹੀ ਕਿਰਪਾ ਬਣੀ ਰਵੇ ਜੀ। ਤੇ ਤੁਸੀਂ ਸਾਡੇ ਆਪਣੇ ਇੰਨੇ ਜਿਹੜੇ ਮਿੱਠੇ ਪਿਆਰੇ ਬੋਲਾਂ ਦੇ ਨਾਲ, ਗੁਰਬਾਣੀ ਦੇ ਨਾਲ ਸਾਨੂੰ ਸਾਂਝ ਪਾਈ ਸਾਡੇ ਨਾਲ। ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਅੱਗੋਂ ਮੈਂ ਸੱਦਾ ਦਿਆਂਗੀ। ਹੁਣ ਆਪਾਂ ਕੈਲਗਰੀ ਚੱਲਦੇ ਹਾਂ ਜੀ। ਹੁਣ ਸਰੂਪ ਸਿੰਘ ਮੰਡੇਰ ਜੀ ਸਾਡੇ ਵਿੱਚ ਜੁੜ ਚੁੱਕੇ ਨੇ। ਤੇ ਸਰੂਪ ਸਿੰਘ ਮੰਡੇਰ ਜੀ ਪਹਿਲਾਂ ਵੀ ਸਾਡੇ ਦੀਵਾਨ 'ਚ ਇੱਕ ਵਾਰੀ ਹਾਜ਼ਰੀ ਭਰ ਚੁੱਕੇ ਨੇ। ਤੇ ਇਹਨਾਂ ਦੀ ਦੁਨਿਆਵੀ ਵਿੱਦਿਆ ਭਾਵੇਂ ਬਹੁਤੀ ਨਹੀਂ, ਪਰ ਮੈਨੂੰ ਲੱਗਦਾ ਕਿ ਇਹ ਗੁਰੂ ਸਾਹਿਬ ਦੀ ਬਖਸ਼ਿਸ਼ ਹੈ। ਕਵਿਤਾ ਤਾਂ ਇਹਨਾਂ ਦੀਆਂ 9 ਪੁਸਤਕਾਂ ਛਪ ਚੁੱਕੀਆਂ। ਕਵੀਸ਼ਰੀ ਕਵਿਤਾ, ਕਵੀਸ਼ਰੀ ਦੇ ਮਾਹਰ ਆ ਇਹ। ਤੇ ਇਹਨਾਂ ਨੇ 1991 ਤੋਂ ਇੱਥੇ ਰਹਿ ਰਹੇ ਆਪਣੇ ਪਰਿਵਾਰ ਦੇ ਨਾਲ। ਤੇ ਮੇਰੀ ਬੇਨਤੀ ਆ ਜੀ ਸਰੂਪ ਸਿੰਘ ਮੰਡੇਰ ਜੀ ਨੂੰ, ਉਹ ਆਪਣੀ ਕਿਸੇ ਪਿਆਰੀ ਜੀ ਰਚਨਾ ਦੇ ਨਾਲ ਸਾਡੇ ਨਾਲ ਸਾਂਝ ਪਾਉਣ। ਅਸੀਂ ਇਹਨਾਂ ਨੂੰ ਗੁਰੂ ਘਰਾਂ ਦੇ ਵਿੱਚ ਇੱਥੇ ਕਵੀਸ਼ਰੀ ਜਿਹੜੇ ਗਾਉਂਦਿਆਂ ਵੀ ਸੁਣਿਆ ਹੋਇਆ। ਸਰੂਪ ਸਿੰਘ ਮੰਡੇਰ ਜੀ। ਆਡੀਓ ਵੀਡੀਓ ਔਨ ਕਰ ਲਓ। ਹਾਂਜੀ, ਅਨਮਿਊਟ ਕਰ ਲਓ ਜੀ। ਹਾਂਜੀ, ਆਉਂਦੀ ਆਵਾਜ਼? ਜੀ ਬਿਲਕੁਲ ਜੀ। ਹਾਂਜੀ, ਸਭ ਤੋਂ ਪਹਿਲੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਸ਼ਲਾਘਾਯੋਗ ਪ੍ਰੋਗਰਾਮ ਸੀਗਾ ਜੀ ਜਿਹੜਾ ਸੁਣਿਆ। ਧੰਨ ਧੰਨ ਹੋ ਗਈ, ਬਹੁਤ ਵਧੀਆ। ਅਸੀਂ ਤਾਂ ਇੱਕ ਨਾ ਮਾਤਰ ਹੀ ਹਾਂ, ਕੋਈ ਖਾਸ ਨਹੀਂ ਸਾਡਾ। ਅਸੀਂ ਜੋ ਵੀ ਹੈ ਤੁਹਾਡੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਲੱਗੇ ਹਾਂ ਗੁਰੂ 9ਵੇਂ ਪਾਤਸ਼ਾਹ ਦੀ। ਜਿਸ ਵੇਲੇ ਗੁਰੂ 9ਵੇਂ ਪਾਤਸ਼ਾਹ ਜੀ ਸੱਚੇ ਪਾਤਸ਼ਾਹ ਸੰਗਤਾਂ ਨੂੰ ਤਾਰਦੇ ਹੋਏ ਅਨੰਦਪੁਰ ਤੋਂ ਆਗਰਾ ਸਾਹਿਬ, ਆਗਰੇ ਪਹੁੰਚੇ ਨੇ। ਆਗਰੇ ਜਾ ਕੇ ਕਿਸੇ ਘਰੇ ਪਰਿਵਾਰ ਦੇ ਉੱਥੇ ਗ੍ਰਿਫਤਾਰੀ ਦੇ ਕੇ ਦਿੱਲੀ ਵਾਪਸ ਆਏ ਨੇ। ਦਿੱਲੀ ਦੇ ਵਿੱਚ ਆ ਕੇ ਫਿਰ ਔਰੰਗਜ਼ੇਬ ਦੇ ਨਾਲ ਜਿਵੇਂ ਬਾਪ ਦਾ ਅਲਾਪ ਹੋਇਆ, ਔਰੰਗਜ਼ੇਬ ਨੇ ਜਿਵੇਂ ਤਰਲੇ ਕੀਤੇ, ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ। ਇਕੱਠੇ ਬਹਿ ਕੇ ਜਦੋਂ ਕਚਹਿਰੀ ਦੇ ਵਿੱਚ ਪਹੁੰਚੇ ਨੇ, ਉੱਥੇ ਗੱਲਾਂ ਕਰੀਆਂ। ਜੋ ਕੁਛ ਉਹਨੇ ਕਿਹਾ ਔਰੰਗਜ਼ੇਬ ਨੇ, ਉਸ ਮੌਕੇ ਦੀ ਕਵਿਤਾ ਪੇਸ਼ ਕਰਨ ਲੱਗੇ ਜੀ। ਜੀ। ਗੁਰੂ ਤੇਗ ਬਹਾਦਰ ਜੀ ਪਹੁੰਚੇ ਵਿੱਚ ਕਚਹਿਰੀ ਜਾ ਕੇ, ਰੰਗਾਇਆ ਕੇ ਗੁਰੂਆਂ ਜੀ ਸਤਿਗੁਰ ਨੂੰ ਇਉਂ ਚਰਨੀ ਸੀਸ ਝੁਕਾ ਕੇ। ਮੇਰਾ ਦਿਲ ਚਾਹੁੰਦਾ ਹੈ ਤੁਹਾਡੇ ਰਜ ਰਜ ਦਰਸ਼ਨ ਪਾਵਾਂ, ਅਸਲਾਮ ਕਬੂਲ ਕਰੋ ਤੁਹਾਨੂੰ ਹਿੰਦ ਦੇ ਪੀਰ ਬਣਾਵਾਂ। ਚੰਦਨ ਦੀ ਚੌਂਕੀ ਤੇ ਸਤਿਗੁਰ ਜੀ ਨੂੰ ਕੋਲ ਬਿਠਾ ਕੇ, ਕਸ਼ਮੀਰੀ ਪੰਡਤਾਂ ਦਾ ਲਿਖਿਆ
ਪਰਚਾ ਜੋ ਵਿਖਾ ਕੇ ਰੰਗਾ ਆਖੇ ਸਤਿਗੁਰ ਨੂੰ ਮੈਂ ਛੋਟੇ ਅਕੇ ਸੁਣਾਵਾਂ ਅਸਲਾਮ ਕਬੂਲ ਕਰੋ ਤੁਹਾਨੂੰ ਹਿੰਦ ਦੇ ਪੀਰ ਬਣਾਵਾਂ ਤਕਦੀਰ ਤੁਹਾਡਾ ਜੀ ਸਮਝਾਂ ਦਰਸ ਖੁਦਾ ਦੇ ਕੀਤੇ ਬੇਅਰਥ ਗੁਆਏ ਮੈਂ ਜੋ ਦਿਨ ਜ਼ਿੰਦਗੀ ਦੇ ਬੀਤੇ ਮੈਂ ਤੁਹਾਡੇ ਚਰਨਾਂ ਦੀ ਚੁੱਕ ਚੁੱਕ ਧੂੜ ਮੱਥੇ ਨੂੰ ਲਾਵਾਂ ਅਸਲਾਮ ਕਬੂਲ ਕਰੋ ਤੁਹਾਨੂੰ ਹਿੰਦ ਦੇ ਪੀਰ ਬਣਾਵਾਂ ਵਾਹ ਦਿਲ ਵਿੱਚ ਧਾਰ ਲਿਆ ਮੈਂ ਦਿਲ ਵਿੱਚ ਧਾਰ ਲਿਆ ਇੱਕੋ ਧਰਮ ਬਣਾਵਾਂ ਸਭ ਦਾ ਸਭ ਝਗੜੇ ਛੱਡ ਕੇ ਤੇ ਹਰ ਕੋਈ ਨਾਮ ਲਵੇਗਾ ਰੱਬ ਦਾ ਮੈਂ ਬੁੱਤ ਪ੍ਰਸਤੀ ਦਾ ਪੂਰਾ ਨਾਮ ਨਿਸ਼ਾਨ ਮਟਾਵਾਂ ਅਸਲਾਮ ਕਬੂਲ ਕਰੋ ਤੁਹਾਨੂੰ ਹਿੰਦ ਦੇ ਪੀਰ ਬਣਾਵਾਂ ਮੈਂ ਆਖਾਂ ਸਾਰਿਆਂ ਨੂੰ ਫੜ ਲਵੋ ਖੁਦਾ ਦਾ ਪੱਲਾ ਜੇ ਲੋੜ ਵਿਹਸਤਾਂ ਦੀ ਮੁੱਕੋ ਆਖੋ ਅੱਲਾ ਅੱਲਾ ਮੈਂ ਕਾਫਰ ਬੰਦਿਆਂ ਦਾ ਤਾਹੀਂ ਹਿੰਦੂ ਧਰਮ ਮਟਾਵਾਂ ਅਸਲਾਮ ਕਬੂਲ ਕਰੋ ਤੁਹਾਨੂੰ ਹਿੰਦ ਦੇ ਪੀਰ ਬਣਾਵਾਂ ਦਾਦੀ ਬਣਦੇ ਹਿੰਦ ਦੇ ਦਾਦੀ ਬਣਦੇ ਹਿੰਦ ਦੇ ਜੇ ਤਾਈਓ ਉਹ ਤੁਹਾਨੂੰ ਕਹਾ ਸੁਣਾ ਕੇ ਲੋ ਮੁਲਕ ਜੰਗੀਰਾਂ ਜੀ ਮੋਮਨ ਹਿੰਦੂਆਂ ਤਾਈ ਬਣਾ ਕੇ ਮੈਂ ਮੁਰਸ਼ਦ ਮੰਨ ਕੇ ਤੇ ਥੋੜੀ ਰੱਜ ਰੱਜ ਸੇਵ ਕਮਾਵਾਂ ਅਸਲਾਮ ਕਬੂਲ ਕਰੋ ਤੁਹਾਨੂੰ ਹਿੰਦ ਦੇ ਪੀਰ ਬਣਾਵਾਂ ਓ ਮਾਂ ਖੁਸ਼ੀ ਮਨੇਰਾ ਮੈਂ ਦੋ ਕੰਮਾਂ ਨੂੰ ਇੱਕ ਬਣਾ ਕੇ ਗੱਲ ਤੁਹਾਡੇ ਬਸਦੀ ਹੈ ਹਾਂ ਕਹਿ ਲੋ ਸੀਸ ਹਿਲਾ ਕੇ ਮੈਂ ਸਭ ਕੁਝ ਬੋਲ ਦਿੱਤਾ ਨਾ ਕੁਝ ਤੁਹਾਡੇ ਕੋਲੋਂ ਲਕਾਵਾਂ ਅਸਲਾਮ ਕਬੂਲ ਕਰੋ ਤੁਹਾਨੂੰ ਹਿੰਦ ਦੇ ਪੀਰ ਬਣਾਵਾਂ ਅਸਲਾਮ ਕਬੂਲ ਕਰੋ ਤੁਹਾਨੂੰ ਹਿੰਦ ਦੇ ਪੀਰ ਬਣਾਵਾਂ ਹਾਂਜੀ ਇਹਨਾਂ ਕੁਝ ਦੇਖਣ ਦੇ ਜੱਟਾਂ ਬੁਲਾਓ ਫਤਿਹ ਸਾਰੀਆਂ ਸਾਡੀਆਂ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਆਪਣੀ ਕਵੀਸ਼ਰੀ ਦੇ ਨਾਲ ਸਾਡੇ ਨਾਲ ਸਾਂਝ ਪਾਈ ਤੇ ਬਹੁਤ ਪਿਆਰੀ ਤੁਹਾਡੀ ਆਵਾਜ਼ ਤੇ ਉਸ ਤੋਂ ਬਾਅਦ ਮੈਂ ਸੱਦਾ ਦਿੰਨੀ ਹਾਂ ਜੀ ਸਾਡੇ ਕੈਲਗਰੀ ਦੇ ਸ਼ਾਇਰ ਗੁਰਚਰਨ ਸਿੰਘ ਹੇਅਰ ਜੀ ਤੇ ਇਹਨਾਂ ਦੀ ਇੱਕ ਪੁਸਤਕ ਸਮਾਜਿਕ ਤੇ ਧਾਰਮਿਕ ਕਵਿਤਾਵਾਂ ਦੀ ਆ ਚੁੱਕੀ ਆ ਤੇ ਬਹੁਤ ਹੀ ਬੁਲੰਦ ਆਵਾਜ਼ ਦੇ ਮਾਲਕ ਆ ਗੁਰਚਰਨ ਸਿੰਘ ਹੇਅਰ ਜੀ ਸਾਰੀਆਂ ਲਿਖਾਰੀ ਸਭਾਵਾਂ ਦੇ ਵਿੱਚ ਵੀ ਇਹ ਸ਼ਿਰਕਤ ਕਰਦੇ ਆ ਸੋ ਮੈਂ ਇਹਨਾਂ ਨੂੰ ਸੱਦਾ ਦਿੰਨੀ ਹਾਂ ਗੁਰਚਰਨ ਸਿੰਘ ਹੇਅਰ ਜੀ ਆਪਣੀ ਜ਼ਰੂਰ ਕਿਸੇ ਨਾ ਕਿਸੇ ਰਚਨਾ ਦੇ ਨਾਲ ਸਾਡੇ ਨਾਲ ਸਾਂਝ ਪਾਉਣ ਬਹੁਤ ਸਾਰੀਆਂ ਰਚਨਾਵਾਂ ਇਹਨਾਂ ਦੀਆਂ ਅਣਛਪੀਆਂ ਪਈਆਂ ਤੇ ਇਹਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਗੁਰਚਰਨ ਸਿੰਘ ਹੇਅਰ ਜੀ ਇਸ ਤੋਂ ਬਾਅਦ ਸਾਡੇ ਕੋਲ 2-3 ਕਵੀ ਹੋਰ ਰਹਿ ਗਏ ਆ ਬਲਵੀਰ ਗੋਰਾ ਜੀ ਵੈਕਸੀਨ ਲਵਾ ਕੇ ਉਹ ਵੀ ਸਾਡੇ ਵਿੱਚ ਆ ਚੁੱਕੇ ਆ ਉਹਨਾਂ ਦਾ ਸਵਾਗਤ ਆ ਜੀ ਤੇ ਇਸੇ ਤਰ੍ਹਾਂ ਸਾਰੀ ਸੰਗਤ ਬਣੀ ਰਵੇ ਅਜੇ ਕਵੀ ਦਰਬਾਰ ਚੱਲਣਾ ਹੈ ਸਾਡੇ ਕੋਲ ਬੜੇ ਪਿਆਰੇ ਸ਼ਾਇਰ ਰਹਿੰਦੇ ਆ ਜੀ ਤੇ ਧੰਨਵਾਦ ਜੀ ਸਾਰਿਆਂ ਦਾ ਕਵੀ ਦਰਬਾਰ ਦੇ ਜੁੜਨ ਲਈ ਹੁਣ ਮੈਂ ਬੇਨਤੀ ਕਰਦੀ ਗੁਰਚਰਨ ਸਿੰਘ ਹੇਅਰ ਜੀ ਤੁਸੀਂ ਆਪਣੀ ਕਿਸੇ ਰਚਨਾ ਨਾਲ ਸਾਂਝ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਵਾਜ਼ ਠੀਕ ਹੈ ਜੀ ਬਿਲਕੁਲ ਮੈਂ ਸਾਰੀ ਸੰਗਤ ਨੂੰ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਦਿਵਸ ਤੇ ਲੱਖ ਲੱਖ ਵਧਾਈ ਦਿੰਦਾ ਇਸ ਸੰਬੰਧ ਵਿੱਚ ਕਵਿਤਾ ਲਿਖੀ ਹੈ ਜੀ ਅਪ੍ਰੈਲ 1621 ਨੂੰ
ਨੌਵੇਂ ਗੁਰੂ ਜੀ ਦਾ ਪ੍ਰਕਾਸ਼ ਪਿਆ, ਪਿਤਾ ਸੀਸ ਝੁਕਾਇ ਅਰਦਾਸ ਕਰੇ, ਸੰਗਤ ਗੂੜਾ ਅਹਿਸਾਸ ਲਿਆ। ਪੁੱਛਿਆ ਗਿਆ ਕਿ ਕਿਉਂ ਝੁਕਾਇਆ? ਇਹ ਨਾਲ ਬੁਰਾਈ ਲੜ ਸਕਦਾ, ਜਿੱਥੇ ਅੜਨਾ ਉੱਥੇ ਅੜ ਸਕਦਾ, ਇਹ ਕਾਰਨ ਸੀਸ ਝੁਕਾ ਬਣਦਾ, ਗੁਰ ਸੰਗਤ ਦਾ ਵਿਸ਼ਵਾਸ ਲਿਆ। ਅਪ੍ਰੈਲ 1621 ਨੂੰ ਗੁਰੂ ਨੌਵੇਂ ਦਾ ਪ੍ਰਕਾਸ਼ ਪਿਆ। ਔਰਕਾਂ ਦੀਆਂ ਜੜਾਂ ਉਖਾੜੇਗਾ, ਹੰਕਾਰ ਸਿਰਾਂ ਤੋਂ ਝਾੜੇਗਾ, ਅੰਤਰ ਜਾਮੀ ਸਤਿਗੁਰ ਨੇ ਐਸਾ ਬਚਨ ਬਲਾਸ ਕਹਾ। ਅਪ੍ਰੈਲ 1621 ਨੂੰ ਗੁਰੂ ਨੌਵੇਂ ਦਾ ਪ੍ਰਕਾਸ਼ ਪਿਆ। ਪਰ ਹਿਤ ਲਈ ਆਪਾ ਬਾਰੇਗਾ, ਪਰ ਹਿਤ ਲਈ ਆਪਾ ਬਾਰੇਗਾ, ਦੀਨਾਂ ਦੇ ਕਸ਼ਟ ਨਿਵਾਰੇਗਾ। ਜੋ ਕੁਝ ਵੀ ਗਿਆ ਉਚਾਰਿਆ ਸੀ, ਉਹੀ ਤਾਂ ਮੁੜ ਇਤਿਹਾਸ ਕਿਹਾ। 1621 ਨੂੰ ਨੌਵੇਂ ਗੁਰੂ ਦਾ ਪ੍ਰਕਾਸ਼ ਪਿਆ। ਇਸ ਬਾਲਕ ਅਜ਼ਰ ਨੂੰ ਜਰਮਾਏ, ਨੀਰਜ ਨਾਲ ਧਰਮ ਨੂੰ ਵਰਨਾਏ। ਇਸ ਬਾਲਕ ਅਜ਼ਰ ਨੂੰ ਜਰਮਾਏ, ਨੀਰਜ ਨਾਲ ਧਰਮ ਨੂੰ ਵਰਨਾਏ। ਇਹ ਗੱਲ ਤਾਂ ਪੱਕੀ ਵਰਤੇਗੀ, ਵਰਤੇਗੀ, ਮੈਂ ਨਾ ਕੋਈ ਕਿਸੇ ਦੇ ਘਰੋਂ ਆਵਾਜ਼ ਆਉਂਦੀ ਹੈ ਜੀ, ਆਪਣੇ ਮਾਈਕ ਮਿਊਟ ਕਰ ਲਓ। ਆਵਾਜ਼ ਆ ਰਹੀ, ਬੋਲਣ ਵਾਲਾ ਡਿਸਟਰਬ ਹੋ ਜਾਂਦਾ। ਹਾਂਜੀ, ਇਹ ਸਾਰੀ ਦੁਨੀਆ ਦਾ ਆਦਰੇ, ਬਣਨਾ ਇਹਨੇ ਹਿੰਦ ਦੀ ਚਾਦਰ। ਇਹਨਾਂ ਸ਼ਬਦਾਂ ਦੇ ਵਰਤਣ ਨੂੰ ਭਾਣੇ ਦੀ ਅਰਦਾਸ ਕਿਹਾ। ਅਪ੍ਰੈਲ 1621 ਨੂੰ ਗੁਰੂ ਨੌਵੇਂ ਦਾ ਪ੍ਰਕਾਸ਼ ਪਿਆ। ਕਦੇ ਮਾਂ ਦੀ ਗੋਦ ਸੁਖਾਂਦੀ ਏ, ਭੈਣ ਵੀਰੋ ਲਾੜ ਲਡਾਂਦੀ ਏ। ਕਦੇ ਮਾਂ ਦੀ ਗੋਦ ਸੁਖਾਂਦੀ ਏ, ਭੈਣ ਵੀਰੋ ਲਾੜ ਲਡਾਂਦੀ ਏ। ਬਚਪਨ ਤੋਂ ਸਾਥ ਹੀ ਰਹਿੰਦੇ ਸਨ, ਲੱਗਦਾ ਅਗਲਾ ਅਭਿਆਸ ਕਿਹਾ। ਅਪ੍ਰੈਲ 1621 ਨੂੰ ਨੌਵੇਂ ਦਾ ਪ੍ਰਕਾਸ਼ ਪਿਆ। ਆਖਰੀ ਹੈ, ਕਦ ਕਾਠ ਪਿਤਾ ਦੇ ਵਰਗਾਏ, ਰੰਗ ਲਾਲੀ ਨੈਣੀ ਭਰਦਾ ਏ। ਕਦ ਕਾਠ ਪਿਤਾ ਦੇ ਵਰਗਾਏ, ਰੰਗ ਲਾਲੀ ਨੈਣੀ ਭਰਦਾ ਏ। ਹੇਰਾਂ ਸਹਿ ਸਮਾਦ ਵੈਰਾਗੀ ਏ, ਹੇਰਾਂ ਸਹਿਜ ਸਮਾਦ ਵੈਰਾਗੀ ਏ। ਇਹ ਅੰਦਾਜ਼ ਮਹਿਮਾ ਪ੍ਰਕਾਸ਼ ਕਿਹਾ। ਅਪ੍ਰੈਲ 1621 ਨੂੰ ਗੁਰੂ ਨੌਵੇਂ ਦਾ ਪ੍ਰਕਾਸ਼ ਪਿਆ। ਇੱਕ ਹੋਰ ਲਿਖੀ ਜੋ ਤੇ ਮੈਂ ਸਿਰਫ 2 ਲਾਈਨਾਂ ਹੀ ਦੱਸ ਕੇ ਸਮਾਪਤ ਕਰਦਾ ਜੀ। ਤੇਗਾਂ ਦੇ ਧਨੀ ਸੂਰਮੇ, ਤੇਗਾਂ ਦੇ ਧਨੀ ਸੂਰਮੇ,
ਅਜਰ ਨੂੰ ਜਰਦੇ ਨੇ ਜਗਰਾਂ ਦੀ ਹਿੱਕ ਤੇ ਗੋਡੇ ਸਵਰਾਂ ਦੇ ਧਰਦੇ ਨੇ ਦੇਗਾਂ ਦੇ ਤਨੀ ਸੂਰਮੇ। ਵਾਹਿ ਖਾਲਸਾ ਵਾਹਿਗੁਰੂ। ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ, ਗੁਰਚਰਨ ਸਿੰਘ ਹੇਰ ਵੀਰ ਜੀ। ਤੇ ਹੁਣ ਸਾਡੇ ਕੋਲ ਜਸਵੀਰ ਸਿੰਘ ਸੋਤਾ ਵੀਰ ਜੀ, ਬਲਵੀਰ ਸਿੰਘ ਗੋਰਾ ਜੀ ਤੇ ਜਸਵੀਰ ਕੌਰ ਗਿੱਲ ਮੈਡਮ ਰਹਿ ਗਏ। ਤੇ ਮੈਂ ਬੇਨਤੀ ਕਰਦੀ ਹਾਂ ਬਲਰਾਜ ਸਿੰਘ ਰਾਜਾ ਜੀ ਨੂੰ ਕਿ ਉਹ ਹੁਣ ਅੱਗੋਂ ਹੋਸਟ ਕਰਨ। ਬਲਰਾਜ ਸਿੰਘ ਜੀ, ਤੁਸੀਂ ਅੱਗੋਂ ਹੁਣ 3-4 ਕਵੀ ਰਹਿ ਗਏ ਆਪਣੇ, ਤੇ ਤੁਸੀਂ ਹੁਣ ਹੋਸਟ ਕਰੋ। ਮੈਂ ਆਪਣੇ ਵੱਲੋਂ ਸਾਰੇ ਕਵੀਆਂ ਦਾ ਧੰਨਵਾਦ ਕਰ ਦਿੰਦੀ ਹਾਂ। ਐਂਡ ਤੇ ਫਿਰ ਆਪਾਂ ਆਖਰੀ ਤੇ ਸਭ ਦਾ ਧੰਨਵਾਦ ਕਰਾਂਗੇ ਜੀ। ਮਿਸਿਸ ਗੁਰਦੀਸ਼ ਕੌਰ ਗਰੇਵਾਲ, ਉਹ ਆਪਣੀ ਰਚਨਾਵਾਂ ਦੇ ਨਾਲ ਸੰਗਤ ਦੇ ਵਿੱਚ ਹਾਜ਼ਰੀ ਭਰਨ। ਤੇ ਸਾਰੀ ਸੰਗਤ ਜਿਹੜੀ ਹੈ ਮਿਸਿਸ ਗੁਰਦੀਸ਼ ਕੌਰ ਗਰੇਵਾਲ ਤੋਂ ਜਾਣੂ ਹੈ। ਉਹਨਾਂ ਦੇ ਨਾਲ ਜ਼ਿਆਦਾਤਰ ਜਿਹੜੇ ਇੱਥੇ ਇਸ ਵੇਲੇ ਕਵੀ ਹਾਜ਼ਰ ਹਨ, ਇੰਡੀਆ ਤੋਂ, USA ਤੋਂ, ਕੈਨੇਡਾ ਤੋਂ, ਉਹਨਾਂ ਨੂੰ ਜਾਣਦੇ ਨੇ। ਉਹਨਾਂ ਦੇ ਨਾਲ ਡਿਫਰੈਂਟ ਲਿਖਾਰੀ ਸਭਾਵਾਂ ਦੇ ਵਿੱਚ, ਕਵੀ ਦਰਬਾਰਾਂ ਦੇ ਵਿੱਚ ਇਕੱਤਰ ਹੁੰਦੇ ਰਹੇ ਨੇ। ਤੇ ਸਾਡੇ ਬਹੁਤ ਹੀ ਸਤਿਕਾਰਯੋਗ ਮਿਸਿਸ ਗੁਰਦੀਸ਼ ਕੌਰ ਗਰੇਵਾਲ, ਇਹ ਸਾਰਾ ਪ੍ਰੋਗਰਾਮ ਜਿਹੜਾ ਹੈ ਇਹ ਇਹਨਾਂ ਦੀ ਇੰਸਪੀਰੇਸ਼ਨ ਔਰ ਲੀਡਰਸ਼ਿਪ ਦੇ ਨਾਲ ਪੋਸੀਬਲ ਹੋਇਆ ਹੈ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵੀ ਹੈ। ਤੇ ਮੈਂ ਇਹਨਾਂ ਨੂੰ ਬੇਨਤੀ ਕਰਾਂਗਾ ਕਿ ਆਪਣੀਆਂ ਲਿਖਤਾਂ ਜਿਹੜੀਆਂ ਨੇ ਉਹ ਸੰਗਤ ਦੇ ਨਾਲ ਸ਼ੇਅਰ ਕਰਨ। ਮਿਸਿਸ ਗੁਰਦੀਸ਼ ਕੌਰ ਗਰੇਵਾਲ ਜੀ, ਬਹੁਤ ਬਹੁਤ ਧੰਨਵਾਦ। ਵੈਸੇ ਮੈਂ ਤਾਂ ਹੋਸਟ ਹੀ ਸੀ, ਮੈਨੂੰ ਨਾ ਵੀ ਸਮਾਂ ਦਿੰਦੇ ਤਾਂ ਕੋਈ ਗੱਲ ਨਹੀਂ, ਆਪਾਂ ਸੁਣਨਾ ਸੀ। ਤੇ ਫਿਰ ਵੀ ਚਲੋ ਤੁਸੀਂ ਮਾਣ ਦਿੰਦੇ ਹੋ। ਤੇ ਮੈਂ ਫਿਰ ਆਪਣੀ ਛੋਟੀ ਜਿਹੀ ਰਚਨਾ ਦੇ ਨਾਲ ਸਾਂਝ ਪਾ ਲੈਂਦੀ ਹਾਂ ਜੀ। ਇਤਿਹਾਸ ਤਾਂ ਉਹੀ ਆ, ਸਾਰੇ ਕਵੀਆਂ ਨੇ ਆਪੋ ਆਪਣੇ ਢੰਗ ਦੇ ਨਾਲ ਉਸੇ ਇਤਿਹਾਸ ਨੂੰ ਆਪੋ ਆਪਣੇ ਸ਼ਬਦਾਂ 'ਚ ਪਰੋ ਕੇ ਸੰਗਤ ਦੇ ਨਾਲ ਸਾਂਝਾ ਕਰਨਾ ਹੁੰਦਾ। ਪਰ ਮੈਂ ਸੰਗਤ ਦਾ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਸਾਨੂੰ ਕਵੀਆਂ ਨੂੰ ਵੀ ਇਸ ਈਦਵਾਨ ਦੇ ਵਿੱਚ ਮਾਣ ਦਿੱਤਾ। ਇਹ ਦਸ਼ਮੇਸ਼ ਪਿਤਾ ਦੀ ਚਲਾਈ ਹੋਈ ਪਰੰਪਰਾ ਹੈ ਜੀ। ਪੌਂਟਾ ਸਾਹਿਬ ਪਤਾ ਸਾਰਿਆਂ ਨੂੰ ਕਿ ਉਹਨਾਂ ਦੇ ਦਰਬਾਰ 'ਚ 52 ਕਵੀ ਹੁੰਦੇ ਸੀ। ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਪਰੰਪਰਾ ਨੂੰ ਸੁਰਜੀਤ ਰੱਖਿਆ ਜਾਵੇ, ਜੋ ਕਿ ਗੁਰਦੁਆਰਿਆਂ ਦੇ ਵਿੱਚੋਂ, ਗੁਰੂ ਘਰਾਂ ਦੇ ਵਿੱਚੋਂ ਅਲੋਪ ਹੁੰਦੀ ਜਾ ਰਹੀ ਆ। ਸੋ ਮੈਂ ਆਪਣੀ ਛੋਟੀ ਜਿਹੀ ਰਚਨਾ ਦੇ ਨਾਲ ਸਾਂਝ ਪਾ ਲੈਂਦੀ ਹਾਂ। ਮੇਰੀ ਕਵਿਤਾ ਹੈ ਜੀ, ਮੈਂ ਸ਼ੇਰ ਨਹੀਂ ਬੋਲਾਂਗੀ, ਸਿੱਧੀ ਕਵਿਤਾ ਤੇ ਆ ਜਾਂਦੀ ਹਾਂ। ਸਮਾਂ ਜ਼ਿਆਦਾ ਹੋ ਰਿਹਾ, ਜੇ ਕਵੀ ਸਾਡੇ ਰਹਿੰਦੇ ਆ ਸਤਿਕਾਰਯੋਗ। ਤੇਗ ਬਹਾਦਰ ਸਿਮਰੀ ਇਹ ਕਵਿਤਾ ਹੈ। ਕੋਈ ਅੱਜ ਤੋਂ 400 ਸਾਲ ਪਹਿਲਾਂ, ਕੋਈ ਅੱਜ ਤੋਂ 400 ਸਾਲ ਪਹਿਲਾਂ ਅੰਮ੍ਰਿਤਸਰ ਵਿੱਚ ਨਾਨਕ ਦਾ ਨੂਰ ਆਇਆ। 6ਵੇਂ ਗੁਰਾਂ ਦਾ ਲਾਡਲਾ ਲਾਲ ਸੀਓ, 6ਵੇਂ ਗੁਰਾਂ ਦਾ ਲਾਡਲਾ ਲਾਲ ਸੀਓ। ਅੰਤਰ ਆਤਮੇ ਰੱਬੀ ਸਰੂਰ ਆਇਆ। ਉਧਰ ਬਾਬੇ ਬਕਾਲੇ ਦੀ ਧਰਤ ਉੱਤੇ, ਉਧਰ ਬਾਬੇ ਬਕਾਲੇ ਦੀ ਧਰਤ ਉੱਤੇ ਨਕਲੀ ਸਾਧਾਂ ਦਾ ਪੂਰਾਂ ਦਾ ਪੂਰ ਆਇਆ। ਗੁਰੂ ਲਾਧੋ ਰੇ ਪਾਈ ਦੁਹਾਈ ਉਹਨੇ, ਮੱਖਣ ਸ਼ਾਹ ਜਦ ਹਾਜ਼ਰ ਹਜ਼ੂਰ ਆਇਆ। ਮੱਖਣ ਸ਼ਾਹ ਜਦ ਹਾਜ਼ਰ ਹਜ਼ੂਰ ਆਇਆ। ਕਵਿਤਾ ਦਾ ਅਗਲਾ ਬੰਦ ਦੇਖਣਾ ਜੀ। ਮਾਖੋਵਾਲ ਦੀ ਧਰਤ ਦੇ ਭਾਗ ਜਾਗੇ, ਅਨੰਦਪੁਰ ਸਾਹਿਬ ਦੀ ਦਾ ਪਹਿਲਾ ਨਾਮ ਸੀ ਨਾਨਕੀ ਚੱਕ, ਉਸ ਤੋਂ ਪਹਿਲਾਂ ਸੀ ਮਾਖੋਵਾਲ। ਮਾਖੋਵਾਲ ਪਿੰਡ ਸੀ ਜਿਹਦੀ ਜ਼ਮੀਨ ਗੁਰੂ ਸਾਹਿਬ ਨੇ ਮੁੱਲ ਲਈ ਸੀ। ਮਾਖੋਵਾਲ ਦੀ ਧਰਤ ਦੇ ਭਾਗ ਜਾਗੇ, ਪੂਰੀ ਆਨੰਦ ਵਿੱਚ ਰੌਣਕਾਂ ਭਾਰੀਆਂ ਨੇ। ਮਾਖੋਵਾਲ ਦੀ ਧਰਤ ਦੇ ਭਾਗ ਜਾਗੇ, ਪੂਰੀ ਆਨੰਦ ਵਿੱਚ ਰੌਣਕਾਂ ਭਾਰੀਆਂ ਨੇ। ਜਾਣੀ ਜਾਣ ਸਤਿਗੁਰ ਧੁਰੋਂ ਜਾਣਦੇ ਨੇ, ਜਾਣੀ ਜਾਣ ਸਤਿਗੁਰ ਧੁਰੋਂ ਜਾਣਦੇ ਨੇ। ਕੀ ਹੋਣੀਆਂ ਇੱਥੇ ਤਿਆਰੀਆਂ ਨੇ। ਸਾਡੀ ਅਣਖ ਤੇ ਇੱਜ਼ਤ ਦੀ ਲਾਜ ਰੱਖੋ, ਸਾਡੀ ਅਣਖ ਤੇ ਇੱਜ਼ਤ ਦੀ ਲਾਜ ਰੱਖੋ। ਹੋਈਆਂ ਸਾਡੀਆਂ ਬਹੁਤ ਖੁਆਰੀਆਂ ਨੇ। ਕਿਹਾ ਪੰਡਤਾਂ ਗਲ ਵਿੱਚ ਪਾ ਪੱਲਾ, ਅੱਜ ਦੇਵਤੇ ਦੇਵੀਆਂ ਹਾਰੀਆਂ ਨੇ, ਅੱਜ ਦੇਵਤੇ ਦੇਵੀਆਂ ਹਾਰੀਆਂ ਨੇ। ਗੁਰੂ ਘਰ ਦੀ ਵੱਡੀ ਵਡਿਆਈ ਐਸੀ, ਗੁਰੂ ਘਰ ਦੀ ਵੱਡੀ ਵਡਿਆਈ ਐਸੀ, ਉਹਦੀ ਜੋਤ ਨੇ ਸਦਾ ਉਪਕਾਰ ਕੀਤਾ। ਗੁਰੂ ਘਰ ਦੀ ਵੱਡੀ ਵਡਿਆਈ ਐਸੀ, ਉਹਦੀ ਜੋਤ ਨੇ ਸਦਾ ਉਪਕਾਰ ਕੀਤਾ। ਜਿਹਨੇ ਨਾਨਕ ਦੇ ਦਰ ਦੀ ਓਟ ਤੱਕੀ, ਜਿਹਨੇ ਨਾਨਕ ਦੇ ਦਰ ਦੀ ਓਟ ਤੱਕੀ। ਭਵ ਸਾਗਰ ਤੋਂ ਬੇੜਾ ਹੈ ਪਾਰ ਕੀਤਾ। ਆਨੰਦਪੁਰੀ ਤੋਂ ਚੱਲ ਅਸਾਮ ਤੀਕਰ, ਆਨੰਦਪੁਰੀ ਤੋਂ ਚੱਲ ਅਸਾਮ ਤੀਕਰ।
ਚੋਂ ਕੂੰਟਾਂ 'ਚ ਸਿੱਖੀ ਪ੍ਰਚਾਰ ਕੀਤਾ, ਉਸ ਰੱਬ ਦੀ ਰਜ਼ਾ 'ਚ ਹੋ ਰਾਜ਼ੀ, ਦਿੱਤਾ ਭੈ ਨਾ ਕਦੇ ਸਵੀਕਾਰ ਕੀਤਾ, ਦਿੱਤਾ ਭੈ ਨਾ ਕਦੇ ਸਵੀਕਾਰ ਕੀਤਾ। 59 ਸ਼ਬਦ 57 ਸ਼ਲੋਕ ਬਾਣੀ। ਗੁਰੂ ਸਾਹਿਬ ਦੀ ਬਾਣੀ ਦੀ ਗੱਲ ਕਰੀਏ ਸਾਧ ਸੰਗਤ ਜੀ, 59 ਸ਼ਬਦ 57 ਸ਼ਲੋਕ ਬਾਣੀ, 30 ਰਾਗਾਂ ਤੋਂ 31 ਬਣਾਈ ਉਹਨਾਂ। ਜੈ ਜੈਵੰਤੀ ਰਾਗ 'ਚ ਉਹਨਾਂ ਦੀ ਬਾਣੀ ਹੈ, 31ਵਾਂ ਰਾਗ। 59 ਸ਼ਬਦ 57 ਸ਼ਲੋਕ ਬਾਣੀ, 30 ਰਾਗਾਂ ਤੋਂ 31 ਬਣਾਈ ਉਹਨਾਂ। ਦੀਨ ਦੁਖੀ ਦਾ ਦਰਦ ਵੰਡਾਉਣ ਖਾਤਰ, ਦੀਨ ਦੁਖੀ ਦਾ ਦਰਦ ਵੰਡਾਉਣ ਖਾਤਰ, ਬਾਂਹ ਪਕੜ ਕੇ ਤੋੜ ਨਿਭਾਈ ਉਹਨਾਂ। ਮਾਤਾ ਗੁਜਰੀ ਦੀ ਮੰਗ ਨੂੰ ਪੂੰਝ ਕੇ ਤੇ, ਮਾਤਾ ਗੁਜਰੀ ਦੀ ਮੰਗ ਨੂੰ ਪੂੰਝ ਕੇ ਤੇ, ਤਿਲਕ ਜੰਜੂ ਦੀ ਲਾਜ ਬਚਾਈ ਉਹਨਾਂ। ਕਤਲ ਹੋਣ ਲਈ ਕਾਤਲ ਦੇ ਕੋਲ ਜਾਣਾ, ਕਤਲ ਹੋਣ ਲਈ ਕਾਤਲ ਦੇ ਕੋਲ ਜਾਣਾ, ਇੱਕ ਅਜਬ ਮਿਸਾਲ ਰਚਾਈ ਉਹਨਾਂ, ਇੱਕ ਅਜਬ ਮਿਸਾਲ ਰਚਾਈ ਉਹਨਾਂ। ਔਰੰਗਜ਼ੇਬ ਦੇ ਜ਼ੁਲਮ ਦੀ ਹੱਦ ਹੋ ਗਈ, ਔਰੰਗਜ਼ੇਬ ਦੇ ਜ਼ੁਲਮ ਦੀ ਹੱਦ ਹੋ ਗਈ। ਲਹੂ ਲੁਹਾਨ ਜਦ ਹਿੰਦੁਸਤਾਨ ਹੋਇਆ, ਜਬਰ ਦੇਖ ਖੁਦਾ ਵੀ ਕੰਬ ਉੱਠਿਆ, ਜਬਰ ਦੇਖ ਖੁਦਾ ਵੀ ਕੰਬ ਉੱਠਿਆ। ਦੁਖੀ ਹਰੀ ਦਾ ਹਰ ਇਨਸਾਨ ਹੋਇਆ, ਧਨੀ ਤੇਗਦਾ ਹਿੰਦ ਦੀ ਬਣ ਚਾਦਰ, ਧਨੀ ਤੇਗਦਾ ਹਿੰਦ ਦੀ ਬਣ ਚਾਦਰ। ਜਦੋਂ ਪੀਰਾਂ ਦਾ ਪੀਰ ਕੁਰਬਾਨ ਹੋਇਆ, ਦਿਲ ਦਿੱਲੀ ਦਾ ਕੰਬਿਆ ਉਸ ਵੇਲੇ, ਦਿਲ ਦਿੱਲੀ ਦਾ ਕੰਬਿਆ ਉਸ ਵੇਲੇ। ਨੇਰੀ ਝੁੱਲ ਕੇ ਘੋਰ ਤੂਫਾਨ ਹੋਇਆ, ਨੇਰੀ ਝੁੱਲ ਕੇ ਘੋਰ ਤੂਫਾਨ ਹੋਇਆ। ਸ਼ੇਰ ਦੇਖਣਾ ਜੀ, ਅਗਲਾ ਬੰਦ ਦੇਖਣਾ। ਸ਼ਾਇਰ ਦੋਸਤੋ, ਸਾਡੇ ਸਬਰ ਦਾ ਕੀ ਇਮਤਿਹਾਨ ਲੈਣਾ, ਸਾਡੇ ਸਬਰ ਦਾ ਕੀ ਇਮਤਿਹਾਨ ਲੈਣਾ, ਗੁੜਤੀ ਮਿਲੀ ਹੈ ਸਾਨੂੰ ਕੁਰਬਾਨੀਆਂ ਦੀ। ਸਾਡੇ ਸਬਰ ਦਾ ਕੀ ਇਮਤਿਹਾਨ ਲੈਣਾ, ਗੁੜਤੀ ਮਿਲੀ ਹੈ ਸਾਨੂੰ ਕੁਰਬਾਨੀਆਂ ਦੀ। ਤੱਤੀ ਤਵੀ ਤੇ ਆਰੇ ਤੋਂ ਪੁੱਛ ਵੇਖੋ, ਤੱਤੀ ਤਵੀ ਤੇ ਆਰੇ ਤੋਂ ਪੁੱਛ ਵੇਖੋ। ਦੇਗੀ ਉਬਲ ਗਈਆਂ ਜ਼ਿੰਦਗਾਨੀਆਂ ਦੀ, ਰੂਹ ਵਿੱਚ ਵਲੇਟ ਕੇ ਸਾੜ ਭਾਵੇਂ, ਰੂਹ ਵਿੱਚ ਵਲੇਟ ਕੇ ਸਾੜ ਭਾਵੇਂ। ਕਤਾਰ ਲੰਬੀ ਹੈ ਸਿਰਾਂ ਦੇ ਦਾਨੀਆਂ ਦੀ, ਸਾਡੇ ਸਬਰ ਦੀ ਜਬਰ ਤੇ ਫਤਿਹ ਹੋਣੀ, ਸਾਡੇ ਸਬਰ ਦੀ ਜਬਰ ਤੇ ਫਤਿਹ ਹੋਣੀ। ਸਜ਼ਾ ਸਹਿਣਗੇ ਜ਼ਾਲਮ ਸ਼ੈਤਾਨੀਆਂ ਦੀ, ਸਜ਼ਾ ਸਹਿਣਗੇ ਜ਼ਾਲਮ ਸ਼ੈਤਾਨੀਆਂ ਦੀ। ਲਾਸਟ ਬੰਦ ਹੈ ਜੀ ਕਵਿਤਾ ਦਾ। ਜਿਨ੍ਹਾਂ ਲਈ ਤੂੰ ਡੋਲਿਆ ਖੂਨ ਆਪਣਾ, ਜਿਨ੍ਹਾਂ ਲਈ ਤੂੰ ਡੋਲਿਆ ਖੂਨ ਆਪਣਾ, ਉਹੀ ਦਾਤਿਆ ਤੇਰਾ ਅਹਿਸਾਨ ਭੁੱਲ ਗਏ। ਜਿਨ੍ਹਾਂ ਲਈ ਤੂੰ ਡੋਲਿਆ ਖੂਨ ਆਪਣਾ, ਉਹੀ ਦਾਤਿਆ ਤੇਰਾ ਅਹਿਸਾਨ ਭੁੱਲ ਗਏ। ਫਸ ਕੇ ਵਿਸ਼ੇ ਵਿਕਾਰਾਂ ਤੇ ਚੌਧਰਾਂ ਵਿੱਚ, ਫਸ ਕੇ ਵਿਸ਼ੇ ਵਿਕਾਰਾਂ ਤੇ ਚੌਧਰਾਂ ਵਿੱਚ, ਤੇਰਾ ਧਰਮ ਲਈ ਦਿੱਤਾ ਬਲੀਦਾਨ ਭੁੱਲ ਗਏ। ਐਸੀ ਹਉਮੈ ਦੀ ਅੱਗ ਵਿੱਚ ਸੜਨ ਲੱਗੇ, ਐਸੀ ਹਉਮੈ ਦੀ ਅੱਗ ਵਿੱਚ ਸੜਨ ਲੱਗੇ। ਦਾਤਾ ਬਖਸ਼ਿਆ ਤੇਰਾ ਗਿਆਨ ਭੁੱਲ ਗਏ। ਦੀਸ਼ ਆਖਦੀ ਬਖਸ਼ ਹੁਣ ਭੁੱਲਿਆਂ, ਦੀਸ਼ ਆਖਦੀ ਬਖਸ਼ ਹੁਣ ਭੁੱਲਿਆਂ ਨੂੰ। ਜੀਵਨ ਜਾਚ ਦੀ ਸਹੀ ਪਹਿਚਾਨ ਭੁੱਲ ਗਏ, ਜੀਵਨ ਜਾਚ ਦੀ ਸਹੀ ਪਹਿਚਾਨ ਭੁੱਲ ਗਏ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਇਸ ਮਿਸਿਸ ਗੁਰਦੀਸ਼ ਕੌਰ ਗਰੇਵਾਲ। ਔਰ ਜਿਸ ਨਾਲ ਪਹਿਲੇ ਵੀ ਜ਼ਿਕਰ ਹੋਇਆ, ਆਪ ਸਭ ਜਾਣਦੇ ਹੋ, ਇਹਨਾਂ ਦੀਆਂ 7 ਪੁਸਤਕਾਂ ਜਿਹੜੀਆਂ ਨੇ ਉਹ ਪਬਲਿਸ਼ ਹੋ ਚੁੱਕੀਆਂ ਨੇ। ਔਰ ਕੈਨੇਡਾ ਦੀ ਫੈਡਰਲ ਗਵਰਨਮੈਂਟ ਵੱਲੋਂ ਇਹਨਾਂ ਨੂੰ ਸਾਹਿਤਕ ਯੋਗਦਾਨ, ਸਾਹਿਤ ਦੇ ਖੇਤਰ ਦੇ ਵਿੱਚ ਜੋ ਇਹਨਾਂ ਨੇ ਯੋਗਦਾਨ ਪਾਇਆ ਹੈ, ਉਸ ਇਹਨਾਂ ਨੂੰ 2 ਵਾਰ ਉਹਨਾਂ ਨੇ ਸਨਮਾਨ ਪੱਤਰ ਵੀ ਦਿੱਤਾ ਹੈ। ਔਰ ਪੰਜਾਬ ਦੇ ਵਿੱਚ ਭਾਈ ਵੀਰ ਸਿੰਘ ਅਵਾਰਡ ਵੀ ਦੇ ਨਾਲ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਤੇ ਵੀ ਆਰ ਵੈਰੀ ਲੱਕੀ ਕਿ ਇਹ ਇਸ ਗਰੁੱਪ ਦਾ ਹਿੱਸਾ ਨੇ ਔਰ ਵੱਧ ਚੜ ਕੇ ਇਸ ਦੇ ਵਿੱਚ ਹਿੱਸਾ ਲੈਂਦੇ ਨੇ ਔਰ ਹੋਰਾਂ ਨੂੰ ਵੀ ਪ੍ਰੇਰਿਤ ਕਰਦੇ ਨੇ ਜੁੜਨ ਵਾਸਤੇ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਅੱਗੇ ਮੈਂ ਬੇਨਤੀ ਕਰਾਂਗਾ, ਸਾਡੇ ਬਹੁਤ ਹੀ ਸਤਿਕਾਰਯੋਗ ਮਿਸਿਸ ਜਸਵੀਰ ਗਿੱਲ, ਇਹ ਕੈਲਗਰੀ ਤੋਂ ਨੇ ਔਰ ਸੰਗਤ ਦੇ ਨਾਲ ਰੂਬਰੂ ਹੁੰਦੇ ਰਹਿੰਦੇ ਨੇ ਟਾਈਮ ਤੇ ਇਹਨਾਂ ਨੂੰ ਤਕਰੀਬਨ 50 ਸਾਲ ਹੋ ਗਏ ਨੇ ਕੈਲਗਰੀ ਦੇ ਵਿੱਚ ਰਹਿੰਦਿਆਂ ਔਰ ਬਹੁਤ ਚਿਰ ਤੋਂ ਸਮੇਂ ਤੋਂ ਅਸੀਂ ਇਹਨਾਂ ਨੂੰ ਜਾਣਦੇ ਹਾਂ ਤੇ ਵਾਹਿਗੁਰੂ ਦੀ ਬੜੀ ਕਿਰਪਾ ਇਹਨਾਂ ਤੇ ਮੈਂ ਬੇਨਤੀ ਕਰਾਂਗਾ ਮਿਸਿਸ ਜਸਵੀਰ ਕੌਰ ਗਿੱਲ ਕਿ ਆਪਣੀ ਜਿਹੜੀ ਰਚਨਾ ਹੈ ਉਹ ਸੰਗਤ ਦੇ ਨਾਲ ਸ਼ੇਅਰ ਕਰਨ। ਮਿਸਿਸ ਜਸਵੀਰ ਕੌਰ ਗਿੱਲ ਕੈਲਗਰੀ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
मैं भुलन चुक्कन की माफ़ी पहले ही मंग लैंदी हाँ, क्योंकि बहुत सारिया गलतियां हो जांदियां ने। इन्ने अच्छे बुलारियां नूं सुन के मैंने बोलना बहुत औखा लग रहा, पर मैं ट्राई करूंगी। शान भारत वर्ष दी, पता है जी, शान भारत वर्ष दी। शान भारत वर्ष दी अरशां वांग बुलंद, रखदे आए सूरमे भारत दे हकदार। शान भारत वर्ष दी अरशां वांग बुलंद, रखदे आए सूरमे भारत दे हकदार। हिंदू धर्म बचा लिया खुद होके कुर्बान, हिंदू धर्म बचा लिया खुद होके कुर्बान। तेग बहादुर पातशाह धन सोडी सुल्तान। कलगीधर दशमेश ने वारिया हस परिवार, अणख बचाई देश दी कीते लख उपकार। धन गुरु अर्जन देव जी झल्ले कष्ट हजार, तत्ती लोह ते बैठ के जपिया सत करतार। छेवें सतगुरु हरगोबिंद बंदी छोड़ जुझार, नाश जुल्म दा करन लई पकड़ी हथ कटार। साजिया सतगुर खालसा धन गुरु दशमेश, बख्शे जग नूं चानना तेरी याद हमेश। रखदा आया खालसा देश धर्म दी लाज, राखा गुरु दशमेश है आप गरीब नवाज। गुरु नानक दी सिक्ख्या मन्ने सगल जहान, वरते विच संसार दे जुग जुग अमन अमान। रंग लहू दा सुर्ख है की मुसलम की सिख, धर्म अनेकां अडरे मालक सब दा इक। अग हवा पानी बिना जी सकदा ना कोई, मिट्टी तो जो उपजिया मिट्टी विच समोए। अग हवा पानी बिना जी सकदा ना कोई, मिट्टी तो जो उपजिया मिट्टी विच समोए। लालच दे बस आदमी जोड़े लख करोड़, पूरी होवे ना कदी फिर भी उस दी थोड़। पूरी होवे ना कदी फिर भी उस दी थोड़। लालच दे बस आदमी जोड़े लख करोड़, पूरी होवे ना कदी फिर भी उस दी थोड़। तृष्णा वड्डा रोग है मिटदी ना ही भुख, दुनिया अंदर मोह है सब तो वड्डा दुख। मेरी मेरी करदियां उमर न जाए बीत, छड़ कड़ावी लालसा कर साईं स्यों प्रीत। मेरी मेरी करदियां उमर न जाए बीत, छड़ कड़ावी लालसा कर साईं स्यों प्रीत। सतगुर दा उपदेश है, सतगुर दा उपदेश है ये जग मिथ्या जान। जाग मुसाफर सुत्या अपना मूल पछाण। भुल के भी ना बंदिया हक पराया मार, धरती दे हर जीव दा कर दिल तो सत्कार। सतगुर दा उपदेश है ये जग मिथ्या जान, जाग मुसाफर सुत्या अपना मूल पछाण। भुल के भी ना बंदिया हक पराया मार, धरती दे हर जीव दा कर दिल तो सत्कार। रखी गुरु गोबिंद दी आवाज नू बुलंद, चार मोए तो क्या हुआ जीवत कई हजार। चार मोए तो क्या हुआ जीवत कई हजार। वाहिगुरु जी का खालसा वाहिगुरु जी की फतेह। वाहिगुरु जी की फतेह। बहुत खूब जी, बहुत खूब, बहुत बहुत ਤੁਹਾਡਾ ਧੰਨਵਾਦ ਹੈ। ਵਾਹਿਗੁਰੂ ਦੀ ਬੜੀ ਬਖਸ਼ਿਸ਼ ਹੈ। ਮਿਸਿਸ ਜਸਵੀਰ ਕੌਰ ਗਿੱਲ ਅੱਗੇ ਵੀ ਆਪਣੀ ਰਚਨਾਵਾਂ ਸੰਗਤ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਨੇ ਤੇ ਵੀ ਆਰ ਵੈਰੀ ਲੱਕੀ ਕਿ ਉਹ ਅੱਜ ਸਾਨੂੰ ਜੁਆਇਨ ਕੀਤੇ ਨੇ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਤੇ ਅੱਗੇ ਮੈਂ ਬੇਨਤੀ ਕਰਾਂਗਾ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਜਸਵੀਰ ਸਿੰਘ ਜੀ ਸਹੋਤਾ ਕੈਲਗਰੀ ਤੋਂ, ਇਹ ਰਾਈਟਰਸ ਫੋਰਮ ਕੈਲਗਰੀ ਦੇ ਜਨਰਲ ਸਕੱਤਰ ਵੀ ਨੇ ਔਰ ਹੁਣੇ ਇਹਨਾਂ ਦੀ ਇੱਕ ਪੁਸਤਕ ਵੀ ਛਪੀ ਹੈ
ਤੇ ਗੁਰੂ ਸਾਹਿਬ ਦੀ ਤੁਸੀਂ ਅੰਕਲ ਆਪਣੇ ਆਪ ਨੂੰ ਅਨਮਿਊਟ ਕਰ ਲਓ ਜੀ। ਤੇ ਗੁਰੂ ਸਾਹਿਬ ਦੀ ਹਾਜ਼ਰੀ, ਗੁਰੂ ਸਾਹਿਬ ਦੇ ਜਨਮ ਦਿਹਾੜੇ ਦੇ ਉੱਤੇ ਆਪਣੀ ਕਵਿਤਾ ਦੇ ਨਾਲ ਹਾਜ਼ਰੀ ਭਰਨਗੇ। ਹੋਰ ਵੀ ਕਈ ਚਲੰਤ ਮਾਮਲਿਆਂ ਦੇ ਉੱਤੇ ਗੱਲਬਾਤ ਕਰਦੇ ਰਹਿੰਦੇ ਨੇ ਤੇ ਇੱਥੇ ਵੀ ਇਸ ਗਰੁੱਪ ਦੇ ਵਿੱਚ ਰੈਗੂਲਰਲੀ ਇਹ ਜੁੜਦੇ ਨੇ। ਤੇ ਸੋ ਬੇਨਤੀ ਹੈ ਜੀ ਸਰਦਾਰ ਜਸਵੀਰ ਸਿੰਘ ਸਹੋਤਾ ਨੂੰ ਕਿ ਉਹ ਆਪਣੀ ਰਚਨਾ ਜਿਹੜੀ ਹੈ ਸੰਗਤ ਦੇ ਨਾਲ ਸ਼ੇਅਰ ਕਰਨ। ਮਿਹਰਬਾਨੀ ਜੀ ਡਾਕਟਰ ਬਲਰਾਜ ਸਿੰਘ ਜੀ, ਧੰਨਵਾਦ ਤੁਹਾਡਾ ਕਿ ਤੁਸੀਂ ਅੱਜ ਦੇ ਇਸ ਮਹਾਨ ਈ ਕਵੀ ਦਰਬਾਰ ਦੇ ਵਿੱਚ ਭਾਗ ਲੈਣ ਲਈ ਸਮਾਂ ਦਿੱਤਾ। ਤੇ ਮੈਂ ਗੁਰਾਂ ਦੇ 400 ਸਾਲਾ ਜਨ ਸ਼ਤਾਬਦੀ ਤੇ ਮਹਾਨ ਸਿੱਖ ਸ਼ਖਸੀਅਤਾਂ ਜੋ ਗੁਰਾਂ ਦੇ ਪ੍ਰੇਰਨਾ ਸਦਕਾ ਕਦਮੇ ਨਕਸ਼ੇ ਕਦਮਾਂ ਤੇ ਚੱਲਦਿਆਂ ਹੋਇਆਂ ਆਪਣੀ ਸ਼ਹਾਦਤ ਦੇ ਗਏ ਆ। ਮੇਰਾ ਆਸ਼ਾ ਆ ਕਿ ਮੈਂ ਭਾਈ ਤਾਰੂ ਸਿੰਘ ਜੀ ਦੀ ਕਵਿਤਾ ਤੁਹਾਡੇ ਨਾਲ ਸਾਂਝੀ ਕਰਾਂ ਤੇ ਜੋ ਕਿ ਗੁਰੂ ਸਾਹਿਬਾਂ ਦੇ ਮਹਾਨ ਕਦਮੇ ਨਕਸ਼ਾਂ ਤੇ ਚੱਲਦੇ ਹੋਏ ਉਹ ਇਸ ਸ਼ਹਾਦਤ ਦਾ ਜਾਮ ਪੀਤਾ ਉਹਨਾਂ ਨੇ। ਸਾਡਾ ਉਹਨਾਂ ਨੂੰ ਵੀ ਫਰਜ਼ ਬਣਦਾ ਕਿ ਅਸੀਂ ਉਹਨਾਂ ਨੂੰ ਪ੍ਰਣਾਮ ਕਰੀਏ। ਸੋ ਮੈਂ ਉਹਨਾਂ ਦੇ ਇੱਕ ਕਵਿਤਾ ਸਾਂਝੀ ਕਰਦਾ ਤੁਹਾਡੇ ਨਾਲ। ਮੁਖਬਰ ਹਰ ਭਗਤ ਨਰੰਜਣੀਏ ਦਰਬਾਰ ਵਿੱਚ ਅਤਲਾ ਕੀਤੀ, ਸ਼ਿਕਾਇਤ ਰੋਜ਼ੀ ਰੋਟੀ ਲਈ ਇਉਂ ਬੇਈਮਾਨ ਖੈਰ ਖਵਾ ਕੀਤੀ। ਤਾਰੂ ਸਿੰਘ ਨੇ ਲੰਗਰ ਲਾਇਆ ਨਹੀਂ ਹੁਕਮਾਂ ਦੀ ਪਰਵਾਹ ਕੀਤੀ, ਉਹ ਹੱਕਦਾਰ ਸਜ਼ਾਵਾਂ ਦਾ ਜਿਸ ਕਾਨੂੰਨ ਦੀ ਲਾਹ ਪਾ ਕੀਤੀ। ਬਲਦੀ ਤੇ ਤੇਲ ਪਾਉਣ ਲਈ ਹੁਕਮਾਂ ਨੂੰ ਹਾਕਮ ਨੂੰ ਹੋਰ ਵਡਿਆ ਦਿੱਤਾ, ਅਤਿਆਚਾਰ ਕਰਨ ਲਈ ਉਸ ਹਾਕਮ ਨੂੰ ਹੋਰ ਉਕਸਾ ਦਿੱਤਾ। ਰਾਹੋਂ ਕਰਾਹੇ ਪਾਉਣ ਲਈ ਉਸ ਆਪਣੀ ਔਕਾਤ ਦਿਖਾ ਦਿੱਤੀ। ਸ਼ਿਕਾਇਤ ਸੁਣ ਕੇ ਹਾਕਮ ਨੇ ਰਾਜ ਵਿੱਚ ਡੌਂਡੀ ਪਟਵਾ ਦਿੱਤੀ। ਉਹ ਨਹੀਂ ਬਖਸ਼ਿਆ ਜਾਣ ਲੱਗਾ ਜੋ ਤਾਨਾ ਸ਼ਾਹ ਦੇ ਨਾਲ ਕਹੂ, ਸਾਨੂੰ ਰਹਿਣਾ ਬਹਿਣਾ ਉਵੇਂ ਪਊ ਜਿਵੇਂ ਹਕੂਮਤ ਹੁਕਮ ਦਊ। ਉਹ ਬਾਗੀ ਸਮਝਿਆ ਜਾਵੇਗਾ ਬਾਗੀ ਦਾ ਜੋ ਪੱਖ ਲਊ, ਜੇ ਇਸ ਰਾਹ ਤੇ ਪੈਰ ਧਰੂ ਉਹ ਆਪ ਮਰੂ ਨਾਲੇ ਪਰਿਵਾਰ ਮਰੂ। ਹਾਂਜੀ ਉਦੋਂ ਅਗਰਾ ਜੀ ਬੰਦ। ਤੁਸੀਂ ਜੰਗਲ ਦੇ ਵਿੱਚ ਸਿੱਖਾਂ ਨੂੰ ਬਸਤਰ ਆਦਿ ਪਹੁੰਚਾਉਂਦੇ ਹੋ, ਮੈਂ ਉਹ ਮਾਰ ਮਕਾਉਣੇ ਨੇ ਤੁਸੀਂ ਭਲਾ ਜਿਨ੍ਹਾਂ ਦਾ ਚਾਹੁੰਦੇ ਹੋ। ਸ਼ਾਹੀ ਦਰਬਾਰ ਦੇ ਬਾਗੀਆਂ ਨੂੰ ਤੁਸੀਂ ਗਲ ਨਾਲ ਲਾਉਂਦੇ ਹੋ, ਮਾਫੀ ਦਿੱਤੀ ਜਾ ਸਕਦੀ ਜੇ ਆਪਣੀ ਭੁੱਲ ਬਖਸ਼ਾਉਂਦੇ ਹੋ ਜੀ। ਜੇ ਆਖ ਦੇਵੇਂ ਮੈਂ ਸਿੱਖ ਨਹੀਂ ਤੇਰੀ ਜਾਨ ਬਖਸ਼ੀ ਜਾ ਸਕਦੀ, ਹਰ ਇੱਕ ਖੁਸ਼ੀ ਦੁਨੀਆ ਦੀ ਤੇਰੇ ਪਿੱਛੇ ਪਿੱਛੇ ਆ ਸਕਦੀ। ਇੰਨੀ ਮੂੰਹੋਂ ਆਖੀ ਗੱਲ ਤੇਰੀ ਤੈਨੂੰ ਕੱਖੋਂ ਲੱਖ ਬਣਾ ਸਕਦੀ। ਹਠੀਏ ਤੇਰੇ ਸੁਭਾਅ ਕਾਰਨ ਤੇਰੇ ਤੇ ਕੋਈ ਵੀ ਵਿਵਸਥਾ ਆ ਸਕਦੀ। ਜੇ ਮੁਸਲਮਾਨ ਬਣਨਾ ਮੰਨ ਲਵੇਂ ਨਵਾਜ਼ ਦਾ ਸਿੱਖ ਢੰਗ ਲਵੇਂ, ਹਾਕਮ ਦੇ ਹੁਕਮ ਅਨੁਸਾਰ ਅਸਲਾਮੀ ਰੰਗ ਵਿੱਚ ਰੰਗ ਲਵੇਂ। ਤਾਰੂ ਸਿੰਘਾ ਲਾ ਕੇ ਪੰਜ ਕਕਾਰਾਂ ਨੂੰ ਹੱਥ ਜੋੜ ਮਾਫੀ ਮੰਗ ਲਵੇਂ। ਤੇਰੇ ਆਪਣੇ ਹੱਥ ਵਿੱਚ ਮੌਕਾ ਹੈ ਜੇ ਚਾਹਵੇਂ ਤਾਂ ਹੱਥ ਰੰਗ ਲਵੇਂ। ਮੈਂ ਤਾਰੂ ਸਿੰਘ ਜੀ ਅੱਗੋਂ ਜਵਾਬ ਦਿੰਦਾ ਆ। ਮੈਂ ਤਾਰੂ ਸਿੰਘ ਹਾਂ ਪੂਲੇ ਦਾ ਤੇ ਪੰਥ ਖਾਲਸਾ ਧਰਮ ਮੇਰਾ, ਮੇਰਾ ਜੀਵਨ ਲੇਖੇ ਲੱਗ ਜਾਵੇ ਸੇਵਾ ਸਿਮਰਨ ਕਰਮ ਮੇਰਾ। ਸਿਰ ਗੁਰੂ ਦੇ ਚਰਨਾਂ ਵਿੱਚ ਜਿਵੇਂ ਪਰਖਣਾ ਪਰਖ ਲਵੋ ਜੇਰਾ। ਮੈਂ ਮੋਹੀ ਤੋਹੀ ਮੋਹੀ ਕਰਤੇ ਦਾ ਘਟ ਘਟ ਵਿੱਚ ਹੈ ਡੇਰਾ। ਤੂੰ ਮੰਗਤਾ ਏ ਦਰ ਘਰ ਦਾ, ਤੂੰ ਮੈਨੂੰ ਖੈਰ ਕੀ ਪਾਉਣੀ ਏ। ਆਤਮਾ ਹਿੱਸਾ ਪਰਮਾਤਮਾ ਦਾ ਆਖਰ ਉਸੇ ਵਿੱਚ ਸਮਾਉਣੀ ਏ। ਤੂੰ ਭਾਗੀ ਅਤਿਆਚਾਰਾਂ ਦਾ ਅਜੇ ਤੇਰੇ ਸਮਝ ਨਹੀਂ ਆਉਣੀ ਏ। ਮੁਸਾਫਰ ਹਾਂ ਇਸ ਦੁਨੀਆ ਤੇ ਕੁਝ ਦਿਨਾਂ ਦੀ ਜਿੰਦ ਪਰਾਉਣੀ ਏ। ਮੈਨੂੰ ਖਾਲਸਾ ਪੰਥ ਆਪਣੀ ਜਾਨ ਤੋਂ ਕਿਤੇ ਵੱਧ ਪਿਆਰਾ ਹੈ। ਇਹ ਪੰਥ
ਪਰਉਪਕਾਰੀ ਹੈ। ਇਹ ਰਾਹ ਬੜਾ ਨਿਆਰਾ ਹੈ। ਅਕਾਲ ਪੁਰਖ ਦੀ ਸਭ ਦਾ ਅਕਾਲ ਪੁਰਖ ਹੀ ਸਭ ਦਾ ਰਾਖਾ ਹੈ। ਉਸੇ ਦਾ ਸਹਾਰਾ ਹੈ। ਪਹਲ ਅੰਮ੍ਰਿਤ ਖੰਡੇ ਦੇ ਬਾਟੇ ਦੀ ਮੁਕਤੀ ਦਾ ਸੱਚ ਆਧਾਰਾ ਹੈ। ਮੈਂ ਪੰਥ ਦਾ ਪਾਂਧੀ ਹਾਂ, ਜੁਰਮ ਮੁਜਰਮ ਹਾਂ, ਤੁਹਾਡੀਆਂ ਅੱਖਾਂ ਵਿੱਚ ਜੀ ਆਇਆ ਵਰਤਾਓ ਕਰੋ, ਹਾਜ਼ਰ ਹਾਂ ਮੈਂ ਤੁਹਾਡੇ ਲੱਖਾਂ ਵਿੱਚ। ਮੈਨੂੰ ਇਹੋ ਜਿਹੀ ਸਜ਼ਾ ਦੇਵੋ ਜੋ ਤੁਸੀਂ ਵੀ ਵੇਖ ਸਕੋ ਨਾ ਅੱਖਾਂ ਨਾਲ। ਜੇ ਪਾਪੀ ਹਾਂ ਮੈਂ ਨਜ਼ਰਾਂ ਵਿੱਚ, ਮੇਰਾ ਖੋਪਰ ਲਾਵੋ ਹੱਥਾਂ ਨਾਲ। ਅਕਾਲ ਪੁਰਖ ਦਾ ਬੰਦਾ ਹਾਂ, ਸੇਵਕ ਹਾਂ ਗੁਰੂ ਦਸ਼ਮੇਸ਼ ਜੀ ਦਾ। ਜਾਨ ਬਾਰਨੀ ਗਊ ਗਰੀਬ ਲਈ, ਮਿਲਿਆ ਇਹ ਉਪਦੇਸ਼ ਜੀ ਦਾ। ਪਿਆਰ ਵਿੱਚ ਮਨ ਖੀਵਾ ਏ, ਲੂ ਵਿੱਚ ਸਤਕਾਰ ਜੀ ਦਾ। ਹੁਣ ਹੋਰ ਦੂਰੀਆਂ ਪਾਵੋ ਨਾ, ਕਰਨਾ ਚਾਹਾਂ ਦੀਦਾਰ ਜੀ ਦਾ। ਹੁਣ ਹੋਰ ਦੂਰੀਆਂ ਪਾਵੋ ਨਾ, ਕਰਨਾ ਚਾਹਾਂ ਦੀਦਾਰ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਪਾਂ ਪ੍ਰੋਗਰਾਮ ਦੀ ਹੁਣ ਸਮਾਪਤੀ ਵੱਲ ਚੱਲ ਰਹੇ ਹਾਂ ਤੇ ਬਹੁਤ ਹੀ ਅੱਛਾ ਸਮਾਂ ਸਾਰੇ ਪੋਇਟਸ ਜਿੱਥੋਂ ਵੀ ਜੁੜੇ ਨੇ ਉਹਨਾਂ ਨੇ ਬੰਨਿਆ ਹੈ। ਤੇ ਅਖੀਰ ਦੇ ਵਿੱਚ ਸਮਾਪਤੀ ਵੇਲੇ ਸਾਡੇ ਬਹੁਤ ਹੀ ਸਤਿਕਾਰਯੋਗ ਔਰ ਸਾਡੇ ਪਿਆਰੇ ਵੀਰ ਤੋਂ ਹੀ ਸਰਦਾਰ ਬਲਬੀਰ ਸਿੰਘ ਜੀ ਗੋਰਾ, ਇਹਨਾਂ ਦੀ ਗੀਤਾਂ ਦੀ ਪੁਸਤਕ ਛਪ ਚੁੱਕੀ ਹੈ। 50 ਤੋਂ ਵੱਧ ਗੀਤ ਜਿਹੜੇ ਨੇ ਉਹ ਰਿਕਾਰਡ ਕੀਤੇ ਨੇ ਇਹਨਾਂ ਨੇ ਔਰ 5 ਤੋਂ ਵੱਧ ਇਹਨਾਂ ਦੀਆਂ ਕੈਸਟਾਂ ਆ ਚੁੱਕੀਆਂ ਨੇ। ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ ਮੀਤ ਪ੍ਰਧਾਨ ਨੇ, ਬਹੁਤ ਹੀ ਬੁਲੰਦ ਆਵਾਜ਼ ਦੇ ਮਾਲਕ ਨੇ ਔਰ ਮੈਂ ਬਹੁਤ ਧੰਨਵਾਦ ਕਰਾਂਗਾ ਐਕਚੁਅਲੀ ਗੁਰਦੀਸ਼ ਆਂਟੀ ਦਾ, ਜਿਨ੍ਹਾਂ ਨੇ ਕਿ ਇਹਨਾਂ ਦੇ ਨਾਲ ਸਾਡਾ ਜਾਣ ਪਛਾਣ ਕਰਵਾਇਆ। ਪਿਛਲੇ ਕਾਫੀ ਚਿਰ ਤੋਂ ਇਹ ਸਾਡੇ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ ਤੇ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਸਾਡੇ ਨਾਲ ਸੰਗਤ ਦੇ ਨਾਲ ਰੂਬਰੂ ਹੋਣ ਵਾਸਤੇ ਜੁੜਨ ਲਈ। ਤੇ ਤੁਸੀਂ ਆਪਣੀਆਂ ਜਿਹੜੀਆਂ ਰਚਨਾਵਾਂ ਨੇ ਉਹਨਾਂ ਵਿੱਚੋਂ ਕੋਈ ਰਚਨਾ ਜਿਹੜੀ ਹੈ ਉਹ ਸੰਗਤ ਦੇ ਨਾਲ ਸਾਂਝੀ ਕਰੋ ਜੀ। ਪਲੀਜ਼ ਗੋ ਅਹੈਡ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਮੈਂ ਪਹਿਲਾਂ ਤਾਂ ਜੀ ਜੋ ਜੂਮ ਮੀਟਿੰਗ ਅਰੇਂਜ ਕਰਦੇ ਆ ਸਾਰਿਆਂ ਨੂੰ ਹੀ ਮੈਂ ਬੜਾ ਮਤਲਬ ਪੂਰੀ ਟੀਮ ਨੂੰ ਸਾਰਿਆਂ ਨੂੰ ਤਾਂ ਮਤਲਬ ਇੱਕ ਵਧਾਈ ਦਿੰਦਾ ਵਾਂ ਕਿ ਜੋ ਬਹੁਤ ਵਧੀਆ ਉਪਰਾਲਾ ਕੀਤਾ। ਸੋ ਅੱਜ ਬਹੁਤ ਹੀ ਵਧੀਆ ਮਤਲਬ ਜਿਹੜੇ ਬੁਲਾਰੇ ਸੁਣਨ ਨੂੰ ਮਿਲੇ ਆ ਸਾਨੂੰ, ਤੇ ਸਪੈਸ਼ਲੀ ਮੈਂ ਭੈਣ ਸਰਜੀਤ ਜੀ ਨੂੰ ਜਦੋਂ ਸੁਣਿਆ ਵਾ ਤਾਂ ਉਹਨਾਂ ਨੂੰ ਸੁਣਨ ਤੋਂ ਬਾਅਦ ਦੇ ਵਿੱਚ ਲੱਗਿਆ ਕਿ ਲਿਖਣ ਦਾ ਅੰਦਾਜ਼ ਤੇ ਜੋ ਬੋਲਣ ਦਾ ਅੰਦਾਜ਼ ਪ੍ਰਮਾਤਮਾ ਨੇ ਉਹਨਾਂ ਨੂੰ ਦਿੱਤਾ ਵਾ। ਪ੍ਰਮਾਤਮਾ ਉਹਨਾਂ ਦੀ ਕਲਮ ਨੂੰ ਹੋਰ ਤਰੱਕੀਆਂ ਬਖਸ਼ੇ ਜੀ। ਸੋ ਮੈਂ ਮਾਫੀ ਚਾਹੁੰਦਾ ਕਿ ਮੈਂ ਗੁਰੂ ਤੇਗ ਬਹਾਦਰ ਬਾਰੇ ਕੁਝ ਲਿਖਿਆ ਨਹੀਂ ਸੀਗਾ। ਪਹਿਲਾਂ ਮੈਂ ਵੈਕਸੀਨ ਲਵਾਉਣ ਗਿਆ ਸੀ, ਉੱਥੇ ਬੈਠੇ ਨੇ ਚੰਦ ਲਾਈਨਾਂ ਲਿਖੀਆਂ ਨੇ, ਉਹ ਜ਼ਰੂਰ ਤੁਹਾਡੇ ਨਾਲ ਸਾਂਝ ਪਾਊਂਗਾ ਤੇ ਉਸ ਤੋਂ ਬਾਅਦ ਮੈਂ ਆਪਣੀ ਇੱਕ ਕਵਿਤਾ ਤੁਹਾਡੇ ਨਾਲ ਸਾਂਝੀ ਕਰਾਂਗਾ। ਦਿੱਲੀ ਦੇ ਤਖਤ ਉੱਤੇ ਸੀ ਰਾਜ ਔਰੰਗੇ ਦਾ, ਦਿੱਲੀ ਦੇ ਤਖਤ ਉੱਤੇ ਸੀ ਰਾਜ ਔਰੰਗੇ ਦਾ, ਤਦ ਸ਼ਿਖਰ ਹੋ ਗਿਆ ਸੀ ਧਰਮਾਂ ਦੇ ਪੰਗੇ ਦਾ। ਪਾਪੀ ਤੋਂ ਡਰ ਕੇ ਹਿੰਦੂ ਕਰਲਾਉਂਦੇ ਸੀ, ਪਾਪੀ ਤੋਂ ਡਰ ਕੇ ਹਿੰਦੂ ਕਰਲਾਉਂਦੇ ਸੀ। ਕੋਈ ਹੱਲ ਨਾ ਦਿਸਦਾ ਸੀ ਰਾਜੇ ਬੇਢੰਗੇ ਦਾ, ਕੋਈ ਹੱਲ ਨਾ ਦਿਸਦਾ ਸੀ ਰਾਜੇ ਬੇਢੰਗੇ ਦਾ ਜੀ। ਹਿੰਦੂਆਂ ਦੇ ਗਲਾਂ ਵਿੱਚੋਂ ਉਹ ਜੰਜੂ ਲਾਉਂਦਾ ਸੀ, ਜੋ ਕਿਹਾ ਨਾ ਮੰਨਦਾ ਸੀ ਉਹਨੂੰ ਮਾਰ ਮਕਾਉਂਦਾ ਸੀ। ਹਿੰਦੂ ਤਾਂ ਸਹਿਮ ਬਸ ਵਕਤ ਲੰਘਾਉਂਦੇ ਸੀ, ਕੋਈ ਜ਼ੁਲਮ ਨੂੰ ਰੋਕਣ ਲਈ ਅੱਗੇ ਨਾ ਆਉਂਦਾ ਸੀ, ਕੋਈ ਜ਼ੁਲਮ ਨੂੰ ਰੋਕਣ ਲਈ ਅੱਗੇ ਨਾ ਆਉਂਦਾ ਸੀ। ਗੁਰੂ ਤੇਗ ਬਹਾਦਰ ਜੀ ਆਨੰਦਪੁਰ ਰਹਿੰਦੇ ਸੀ, ਲੱਗੇ ਮੇਲੇ ਸੰਗਤਾਂ ਦੇ ਉੱਥੇ ਰੋਜ਼ ਹੀ ਰਹਿੰਦੇ ਸੀ। ਸੰਗਤ ਵਿੱਚ ਬਾਣੀ ਦਾ ਪ੍ਰਚਾਰ ਉਹ ਕਰਦੇ ਸੀ, ਸੰਗਤ ਵਿੱਚ ਬਾਣੀ ਦਾ ਪ੍ਰਚਾਰ ਉਹ ਕਰਦੇ ਸੀ। ਕਿੰਜ ਧਰਮ ਪਾਲਣਾ ਏ ਸਿੱਖਾਂ ਨੂੰ ਕਹਿੰਦੇ ਸੀ, ਕਿੰਜ ਧਰਮ ਪਾਲਣਾ ਏ ਸਿੱਖਾਂ ਨੂੰ ਕਹਿੰਦੇ ਸੀ।
ਪੰਡਿਤ ਕਸ਼ਮੀਰੀ ਕੁਝ ਉੱਥੇ ਇੱਕ ਦਿਨ ਆਏ ਸੀ। ਪੰਡਿਤ ਕਸ਼ਮੀਰੀ ਕੁਝ ਉੱਥੇ ਇੱਕ ਦਿਨ ਆਏ ਸੀ। ਉਹਨਾਂ ਨੇ ਗੁਰਾਂ ਅੱਗੇ ਖੜ ਦੁੱਖ ਸੁਣਾਏ ਸੀ। ਮਦਦ ਲਈ ਗੁਰਾਂ ਅੱਗੇ ਉਹਨਾਂ ਫਰਿਆਦ ਕਰੀ। ਮਦਦ ਲਈ ਗੁਰਾਂ ਅੱਗੇ ਉਹਨਾਂ ਫਰਿਆਦ ਕਰੀ। ਉਹਨਾਂ ਵਕਤ ਦੇ ਮਾਰਿਆਂ ਦੇ ਚਿਹਰੇ ਕਮਲਾਏ ਸੀ। ਉਹਨਾਂ ਵਕਤ ਦੇ ਮਾਰਿਆਂ ਦੇ ਚਿਹਰੇ ਕਮਲਾਏ ਸੀ। ਸੁਣ ਬਿਥਿਆ ਪੰਡਤਾਂ ਦੀ, ਸੁਣ ਬਿਥਿਆ ਪੰਡਤਾਂ ਦੀ, ਦਿੱਤਾ ਧਰਵਾਸ ਗੁਰਾਂ, ਜ਼ਾਲਮ ਤੋਂ ਬਚਣ ਲਈ ਇੱਕ ਦਿੱਤੀ ਆਸ ਗੁਰਾਂ। ਸੁਣ ਬਿਥਿਆ ਪੰਡਤਾਂ ਦੀ, ਦਿੱਤਾ ਧਰਵਾਸ ਗੁਰਾਂ, ਜ਼ਾਲਮ ਤੋਂ ਬਚਣ ਲਈ ਇੱਕ ਦਿੱਤੀ ਆਸ ਗੁਰਾਂ। ਸਭ ਧਰਮ ਹੀ ਚੰਗੇ ਨੇ, ਸਭ ਧਰਮ ਹੀ ਚੰਗੇ ਨੇ, ਥਾਂ ਆਪੋ ਆਪਣੀ ਤੇ ਡਰ ਕੇ ਨਾ ਧਰਮ ਛੱਡੋ। ਆਖੀ ਗੱਲ ਖਾਸ ਗੁਰਾਂ, ਡਰ ਕੇ ਨਾ ਧਰਮ ਛੱਡੋ। ਆਖੀ ਗੱਲ ਖਾਸ ਗੁਰਾਂ, ਆਖੀ ਗੱਲ ਖਾਸ ਗੁਰਾਂ। ਬਹੁਤ ਅੱਛਾ, ਵਾਹ ਜੀ ਵਾਹ। ਇੱਕ ਕਵਿਤਾ ਹੋਰ ਸਾਂਝੀ ਕਰਨ ਲੱਗਿਆ ਜੀ। ਵੀਰ ਗੀਤ ਨਾ ਕਿਸੇ ਗੀਤ ਨਾਲ ਸਾਂਝ ਪਾਓ, ਤੁਹਾਡੀ ਆਵਾਜ਼ ਵੀ ਇੰਨੀ ਸੋਹਣੀ ਹੈ। ਓਕੇ ਜੀ, ਗੀਤ ਮੈਂ ਮਤਲਬ ਸੁਣਾਉਣ ਲੱਗਿਆ ਵਾਂ। ਮੈਂ ਇੱਕ ਅਰਦਾਸ ਦੇ ਰੂਪ ਦੇ ਵਿੱਚ ਗੀਤ ਆ ਕਿ ਪ੍ਰਮਾਤਮਾ ਅੱਗੇ ਅਰਦਾਸ ਕਰ ਰਿਹਾ ਵਾਂ ਕਿ ਮੈਨੂੰ ਕੀ ਚਾਹੀਦਾ ਵਾ ਜੀ। ਬਿਲਕੁਲ। ਘਰ ਤੇਰੇ ਨੀ ਦਾਤਿਆ, ਦਾਤਾਂ ਦੀ ਤੰਗੀ, ਘਰ ਤੇਰੇ ਨੀ ਦਾਤਿਆ, ਦਾਤਾਂ ਦੀ ਤੰਗੀ। ਕੈਮਰੇ ਦੇ ਸਾਹਮਣੇ ਰਜਾ ਤੇਰੀ ਵਿੱਚ ਜ਼ਿੰਦਗੀ ਲੰਘਦੀ ਏ ਚੰਗੀ। ਘਰ ਤੇਰੇ ਨੀ ਦਾਤਿਆ, ਦਾਤਾਂ ਦੀ ਤੰਗੀ। ਰਜਾ ਤੇਰੀ ਵਿੱਚ ਜ਼ਿੰਦਗੀ ਲੰਘਦੀ ਏ ਚੰਗੀ। ਛੋਟੀ ਜਿਹੀ ਇੱਕ ਦਾਤਿਆ ਮੇਰੀ ਆਸ ਪੁਗਾ ਦੇ। ਮੈਂ ਮੁਕਤੀ ਨਹੀਂ ਮੰਗਦਾ, ਇਨਸਾਨ ਬਣਾ ਦੇ। ਮੈਂ ਮੁਕਤੀ ਨਹੀਂ ਮੰਗਦਾ, ਇਨਸਾਨ ਬਣਾ ਦੇ। ਨਿਰਾਕਾਰ ਤੇਰੇ ਰੂਪ ਨੂੰ ਮੈਂ ਸਭ ਵਿੱਚ ਤੱਕਾਂ। ਪਿਆਰ ਤੇਰੇ ਨੂੰ ਹਰ ਸਮੇਂ ਮੈਂ ਦਿਲ ਵਿੱਚ ਰੱਖਾਂ। ਨਿਰਾਕਾਰ ਤੇਰੇ ਰੂਪ ਨੂੰ ਮੈਂ ਸਭ ਵਿੱਚ ਤੱਕਾਂ। ਪਿਆਰ ਤੇਰੇ ਨੂੰ ਹਰ ਸਮੇਂ ਮੈਂ ਦਿਲ ਵਿੱਚ ਰੱਖਾਂ। ਦਿਲ ਚੋਂ ਦੂਈ ਦਵੈਤ ਦੀ ਤੂੰ ਮੈਲ ਮਟਾ ਦੇ। ਮੈਂ ਮੁਕਤੀ ਨਹੀਂ ਮੰਗਦਾ, ਇਨਸਾਨ ਬਣਾ ਦੇ। ਮੈਂ ਮੁਕਤੀ ਨਹੀਂ ਮੰਗਦਾ, ਇਨਸਾਨ ਬਣਾ ਦੇ। ਬਣ ਇਨਸਾਨ ਮੈਂ ਧਰਤ ਤੇ ਸ਼ੁਭ ਕਰਮ ਕਮਾਵਾਂ। ਤੇਰੀ ਕੁਦਰਤ ਮਾਣ ਕੇ ਗੁਣ ਤੇਰੇ ਗਾਵਾਂ। ਬਣ ਇਨਸਾਨ ਮੈਂ ਧਰਤ ਤੇ ਸ਼ੁਭ ਕਰਮ ਕਮਾਵਾਂ। ਤੇਰੀ ਕੁਦਰਤ ਮਾਣ ਕੇ ਗੁਣ ਤੇਰੇ ਗਾਵਾਂ। ਸਭ ਦਾ ਭਲਾ ਮਨਾਣ ਦੀ ਮੈਨੂੰ ਵਿਧੀ ਸਿਖਾ ਦੋ। ਮੈਂ ਮੁਕਤੀ ਨਹੀਂ ਮੰਗਦਾ, ਇਨਸਾਨ ਬਣਾ ਦੋ। ਮੈਂ ਮੁਕਤੀ ਨਹੀਂ ਮੰਗਦਾ, ਇਨਸਾਨ ਬਣਾ ਦੋ। ਜਦੋਂ ਇਹ ਛਾਵਾਂ ਮਰ ਗਈਆਂ ਮੇਰੀ ਰੂਹ ਮਰ ਜਾਊ। ਧਰਤੀ ਉੱਤੇ ਜਨਮ ਲੈ ਫਿਰ ਕਦੇ ਨਾ ਆਊ। ਜਦੋਂ ਇਹ ਛਾਵਾਂ ਮਰ ਗਈਆਂ ਮੇਰੀ ਰੂਹ ਮਰ ਜਾਊ। ਧਰਤੀ ਉੱਤੇ ਜਨਮ ਲੈ ਫਿਰ ਕਦੇ ਨਾ ਆਊ। ਜਨਮ ਮਰਨ ਦੇ ਚੱਕਰਾਂ ਵਿੱਚ ਮੈਨੂੰ ਪਾ ਦੋ। ਮੈਂ ਮੁਕਤੀ ਨਹੀਂ ਮੰਗਦਾ, ਇਨਸਾਨ ਬਣਾ ਦੋ। ਮੈਂ ਮੁਕਤੀ ਨਹੀਂ ਮੰਗਦਾ, ਇਨਸਾਨ ਬਣਾ ਦੋ।
गोरा रखवे वालड़ा डर आ गया तेरे, हर ली तेरे रहमना सब पाप तू मेरे, गोरा रखवे वालड़ा डर आ गया तेरे, हर ली तेरे रहमना सब पाप तू मेरे, मन मेरे विच सच दी तू जोत जगा दे, मैं मुक्ति नहीं मंगदा इंसान बना दे, मैं मुक्ति नहीं मंगदा इंसान बना दे। वाह जी वाह, वाह जी वाह, बहुत अच्छा, बहुत अच्छा, वाह जी वाह, कमाल। बहुत सोहना जी, बहुत सोहना। धन्यवाद जी। ਇਹਨਾਂ ਦਾ ਵਿਸ਼ੇਸ਼ ਧੰਨਵਾਦ ਰਾਜੇ ਕਰ ਦਿਓ, ਵੈਕਸੀਨ ਲਵਾ ਕੇ ਆਏ ਆ। ਕਰੋ ਮਿਹਰ ਕਰੇਗੀ, ਸਦਾ ਚੜ੍ਹਦੀ ਕਲਾ ਚ ਰਹੋ। ਹਾਂਜੀ ਹਾਂਜੀ, ਇਹਨਾਂ ਨੇ ਜੁਆਇਨ ਕੀਤਾ ਸਾਡਾ ਪ੍ਰੋਗਰਾਮ ਜੀ। ਨਹੀਂ ਜੀ, ਪ੍ਰੋਗਰਾਮ ਦੇਖੋ ਭੈਣ ਜੀ, ਮੈਂ ਤੁਹਾਡਾ ਵੀ ਧੰਨਵਾਦ ਕਰੂੰਗਾ ਕਿ ਬਹੁਤ ਵਧੀਆ ਦੇਖੋ ਸ਼ਾਇਰਾਂ ਦੇ ਨਾਲ ਮੁਲਾਕਾਤ ਕਰਵਾਉਨੇ ਹੋ, ਤੇ ਬੜਾ ਦਿਲ ਕਰਦਾ ਵੀ ਕਿ ਮਤਲਬ ਕੁਝ ਰੁਝੇਵਿਆਂ ਕਾਰਨ ਮਿਸ ਹੋ ਜੇ ਵੱਖਰੀ ਗੱਲ ਆ, ਪਰ ਇੱਕ ਮਨ ਨੂੰ ਚਾਹ ਹੁੰਦਾ ਕਿ ਚਲੋ ਵੱਖਰੇ ਵੱਖਰੇ ਸ਼ਹਿਰਾਂ ਦੇ ਤੁਹਾਡੇ ਦਰਸ਼ਨ ਕਰਨ ਦਾ ਸਬੱਬ ਬਣਦਾ ਵਾ, ਬੜਾ ਚੰਗਾ ਲੱਗਦਾ ਪ੍ਰੋਗਰਾਮ 'ਚ ਸ਼ਾਮਲ ਹੋ ਕੇ। ਜੀ ਸ਼ੁਕਰੀਆ ਜੀ, ਬਹੁਤ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ।